ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 356 ਤੇ ਵਿਚਾਲੇ ਜੇ ਕਰਕੇ ਹੈ 23 ਨੰਬਰ ਤੋਂ ਬਾਅਦ ਆਸਾ ਮਹਿਲਾ ਪਹਿਲਾ। ਆਪ ਕਰੇ ਸੱਚ ਅਲਖ ਅਪਾਰ। ਇਹਨੂੰ ਪੜ੍ਹਨਾ ਅਲਖ। ਲਖ ਹੁੰਦਾ ਸਮਝਣਾ, ਅਲਖ ਜਿਹਨੂੰ ਸਮਝਿਆ ਨਾ ਜਾ ਸਕੇ। ਅਪਾਰ ਹੁੰਦਾ ਬੇਅੰਤ, ਜਿਹਦਾ ਪਰਲਾ ਬੰਨਾ ਹੀ ਨਹੀਂ ਹੈ। ਪਰਮਾਤਮਾ ਜੋ ਸੱਚ ਹੈ, ਅਲਖ ਜੋ ਸਮਝ ਤੋਂ ਪਰੇ ਹੈ, ਅਪਾਰ ਜੋ ਬੇਅੰਤ ਹੈ, ਆਪ ਕਰੇ। ਉਹ ਸਭ ਕੁਛ ਆਪ ਕਰਦਾ ਹੈ। ਅਸੀਂ ਦੇਖਣ ਜੋ ਕਰ ਰਹੇ ਹਾਂ, ਸਾਡੇ ਵਿੱਚ ਬੈਠਾ ਉਹੀ ਕਰ ਰਿਹਾ ਹੈ। ਹਾਂ ਪਾਪੀ ਤੂੰ ਬਖਸ਼ਣਹਾਰ। ਇਹ ਪਰਮਾਤਮਾ ਮੈਂ ਤੇ ਪਾਪੀ ਹਾਂ, ਤੂੰ ਬਖਸ਼ਣਹਾਰ ਹੈ। ਕਿਉਂ ਜੇ ਕੋਈ ਬਖਸ਼ਣਹਾਰ ਹੀ ਨਾ ਹੁੰਦਾ ਫਿਰ ਤਾਂ ਸਾਨੂੰ ਸਾਰੇ ਆਪਣੇ ਪਾਪ ਭੋਗਣੇ ਪੈਂਦੇ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਸੱਚੇ ਦਿਲੋਂ ਅਰਦਾਸ ਕਰਦੇ, ਸੱਚੇ ਪਾਤਸ਼ਾਹ ਮੈਂ ਅੱਗੇ ਤੋਂ ਪਾਪ ਨਹੀਂ ਕਰਦਾ, ਮੇਰੇ ਮਗਰਲੇ ਬਖਸ਼ ਦੇ। ਫਿਰ ਭਜਨ ਬੰਦਗੀ ਕਰਦੇ ਰਹਿੰਦੇ ਹਾਂ, ਕਿਤੇ ਪਰਮਾਤਮਾ ਦੇ ਮਨ 'ਚ ਦਇਆ ਆ ਜਾਂਦੀ ਹੈ, ਫਿਰ ਉਹ ਬਖਸ਼ ਦਿੰਦਾ ਹੈ। ਸੋ ਅਸੀਂ ਤੇ ਪਾਪੀ ਹਾਂ, ਤੂੰ ਬਖਸ਼ਣਹਾਰ ਹੈ। ਬਖਸ਼ਣ ਫਾਰਸੀ ਦਾ ਸ਼ਬਦ ਹੈ। ਖੱਖੇ ਦੇ ਪੈਰ 'ਚ ਬਿੰਦੀ, ਸੱਸੇ ਦੇ ਪੈਰ 'ਚ ਬਿੰਦੀ। ਬਖਸ਼ਣਹਾਰ, ਬਖਸ਼ਣ ਵਾਲਾ। ਤੇਰਾ ਭਾਣਾ ਸਭ ਕੁਛ ਹੋਵੇ। ਜੋ ਕੁਝ ਵੀ ਹੋ ਰਿਹਾ ਤੇਰੇ ਭਾਣੇ 'ਚ ਹੋ ਰਿਹਾ, ਤੇਰੀ ਰਜ਼ਾ 'ਚ ਹੋ ਰਿਹਾ ਹੈ। ਕਿਉਂਕਿ ਉਹਦੇ ਭਾਣੇ ਤੋਂ, ਉਹਦੇ ਹੁਕਮ ਤੋਂ ਬਾਹਰ ਕੋਈ ਨਹੀਂ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਜੋ ਕੁਛ ਵੀ ਹੋ ਰਿਹਾ ਸਭ ਉਹਦੇ ਹੁਕਮ ਵਿੱਚ ਹੋ ਰਿਹਾ। ਚੰਗਾ ਹੋ ਰਿਹਾ, ਮੰਦਾ ਹੋ ਰਿਹਾ, ਸਭ ਉਹਦੇ ਹੁਕਮ 'ਚ ਹੋ ਰਿਹਾ। ਮਾਨਠ ਕੀਚੈ ਅੰਤ ਵਿਗੋਵੇ। ਜਿਹੜਾ ਮਾਨਠ ਕਰਦਾ ਮੈਂ ਕਰਦਾ ਜੀ, ਜਿਹੜਾ ਇਸ ਤਰ੍ਹਾਂ ਕਹਿੰਦਾ ਅੰਤ ਵਿਗੋਵੇ। ਵਿਗੋਵੇ ਦਾ ਖੁਆਰ ਹੋਣਾ, ਉਹ ਅੰਤ ਨੂੰ ਖੁਆਰ ਹੁੰਦਾ ਹੈ। ਕਿ ਕਰਨਾ ਤੇ ਪਰਮਾਤਮਾ ਨੇ ਹੈ। ਜੇ ਸਾਡੇ ਕੀਤਾ ਹੁੰਦਾ ਤਾਂ ਅਸੀਂ ਤਾਂ ਪਤਾ ਨਹੀਂ ਕੀ ਕੁਛ ਕਰ ਦਿੰਦੇ। ਹੁਣ ਇੰਨੇ ਲੋਕ ਇਲੈਕਸ਼ਨ ਲੜਦੇ ਨੇ, ਇੱਕ ਸੀਟ ਤੋਂ ਜਿੱਤਣਾ ਤਾਂ ਇੱਕ ਨਹੀਂ ਹੁੰਦਾ। ਕੌਣ ਜਿੱਤਦਾ? ਜਿਸ ਨੂੰ ਪਰਮਾਤਮਾ ਜਿਤਾਉਂਦਾ ਹੈ। ਤਾਂ ਕਿ ਸਭ ਨੇ ਛਾਲਾਂ ਮਾਰੀਆਂ। ਦੇਖੋ ਇਲੈਕਸ਼ਨਾਂ 'ਚ ਬੜੇ ਸਾਰੇ ਨੇ ਜ਼ੋਰ ਲਾਇਆ, ਕਰਤਾ ਕਰੇ ਸੋ ਹੋਏ। ਪਰ ਜੋ ਰੱਬ ਕਰਦਾ ਉਹੀ ਕਾਮਯਾਬ ਹੁੰਦਾ। ਪਰ ਛਾਲਾਂ ਮਾਰਨਾ ਸਾਡਾ ਫਰਜ਼ ਹੈ, ਕਿਉਂਕਿ ਸਾਨੂੰ ਪਤਾ ਨਹੀਂ ਕਿਹਦੀ ਛਾਲ ਅੱਗੇ ਜਾਵੇਗੀ। ਯਤਨ ਕਰਨਾ ਸਾਡੇ ਵੱਸ ਵਿੱਚ ਹੈ, ਫਲ ਪਰਮਾਤਮਾ ਦੇ ਵੱਸ ਵਿੱਚ ਹੈ। ਫਲ ਸਾਡੇ ਵੱਸ 'ਚ ਨਹੀਂ। ਅਸੀਂ ਜੋ ਕਰਮ ਕਰਦੇ ਹਾਂ ਉਹ ਜਿਹੜਾ ਫਲ ਹੈ ਉਹ ਸਾਡੇ ਵੱਸ 'ਚ ਨਹੀਂ। ਮੈਂ ਦੇਖਿਆ ਕਈ ਵਾਰੀ ਪੇਪਰ ਬਹੁਤ ਵਧੀਆ ਹੁੰਦਾ, ਨੰਬਰ ਘੱਟ ਆ ਜਾਂਦੇ ਨੇ। ਕਈ ਵਾਰੀ ਪੇਪਰ ਵਧੀਆ ਨਹੀਂ ਹੁੰਦਾ, ਐਂ ਲੱਗਦਾ ਫੇਲ ਨਾ ਕਿਤੇ ਹੋ ਜੀ, ਉਸ 'ਚ ਚੰਗੇ ਨੰਬਰ ਨਾਲ ਪਾਸ ਹੋ ਜਾਂਦਾ ਬੰਦਾ। ਕਿ ਫਲ ਤਾਂ ਉਹਦੇ ਹੱਥ 'ਚ ਹੈ ਨਾ, ਸਾਡੇ ਹੱਥ 'ਚ ਨਹੀਂ। ਇਹ ਗੱਲ ਕ੍ਰਿਸ਼ਨ ਮਹਾਰਾਜ ਨੇ ਦੁਆਪਰ ਯੁੱਗ ਦੇ ਵਿੱਚ ਹੀ ਕਲੀਅਰ ਕਰਦੇ ਸੀ। ਜਦੋਂ ਅਰਜਨ ਦੇ ਸਾਹਮਣੇ ਸਾਰੇ ਰਿਸ਼ਤੇਦਾਰ ਲੜਨ ਆ ਗਏ ਨੇ, ਗੁਰੂ ਦਰੋਣਾਚਾਰੀਆ ਵੀ ਲੜਨ ਆ ਗਿਆ ਹੈ, ਚਾਚੇ ਤਾਏ ਜਿੰਨੇ ਸਨ ਉਹ ਵੀ ਲੜਨ ਆ ਗਏ। ਉਹ ਸੋਚਦੇ ਮੈਂ ਆਪਣੇ ਰਿਸ਼ਤੇਦਾਰਾਂ 'ਤੇ ਕਿਵੇਂ ਤੀਰ ਚਲਾਵਾਂ। ਹਥਿਆਰ ਸੁੱਟ ਕੇ ਬਹਿ ਗਿਆ। ਕ੍ਰਿਸ਼ਨ ਮਹਾਰਾਜ ਕਹਿੰਦੇ 18 ਦਿਨ ਮਹਾਭਾਰਤ ਦਾ ਯੁੱਧ ਚੱਲਦਾ ਰਿਹਾ। 18 ਦਿਨ ਇਹਨੂੰ ਸਿੱਖਿਆ ਦਿੰਦੇ ਰਹੇ। 18 ਦਿਨਾਂ 'ਚ ਜੋ ਸਿੱਖਿਆ ਦਿੱਤੀ ਉਹਨੂੰ ਕੀ ਕਹਿੰਦੇ ਨੇ? ਗੀਤਾ। ਗੀਤਾ ਦੇ 18 ਅਧਿਆਏ ਨੇ। ਕਿੰਨੇ ਅਧਿਆਏ ਨੇ? 18। 18 ਦਿਨ ਹੀ ਯੁੱਧ ਚੱਲਿਆ। 18 ਦਿਨ ਹੀ ਉਹਨੂੰ ਜੋ ਸਿੱਖਿਆ ਦਿੰਦੇ ਰਹੇ,
ਉਹ ਸਿੱਖਿਆ ਤਤ ਸਾਰ ਹੈ, ਉਹ ਰੱਬੀ ਸਿੱਖਿਆ ਹੈ। ਜਿਹੜਾ ਵੀ ਗੀਤਾ ਪੜ੍ਹਦਾ ਉਹ ਕਹਿੰਦਾ ਹਾਂ ਅੱਜ ਵੀ ਸੱਚ ਹੈ। ਜੋ ਗੀਤਾ 'ਚ ਲਿਖਿਆ ਦੁਆਪਰ ਯੁੱਗ ਦਾ, ਉਹ ਅੱਜ ਵੀ ਕਲ ਯੁੱਗ ਦੇ ਵਿੱਚ ਵੀ ਸੱਚ ਹੈ, ਲਾਗੂ ਹੁੰਦਾ। ਕਿਉਂ? ਭਗਵਾਨ ਦਾ ਬੋਲਿਆ ਹੋਇਆ ਨਾ। ਸਾਡੇ ਤੁਹਾਡੇ ਵਰਗੇ ਦਾ ਬੋਲਿਆ ਹੁੰਦਾ ਬਦਲ ਜਾਂਦਾ ਹੁਣ, ਅਤੇ ਭਗਵਾਨ ਦਾ ਬੋਲਿਆ ਹੋਇਆ, ਕ੍ਰਿਸ਼ਨ ਮਹਾਰਾਜ ਦਾ ਬੋਲਿਆ ਹੋਇਆ ਸੀ। ਉਹਨਾਂ ਨੇ ਇੱਕੋ ਹੀ ਗੱਲ ਕੀਤੀ, ਅਰਜਨ ਤੂੰ ਫੌਜੀ ਹੈ, ਤੂੰ ਕਸ਼ਤਰੀ ਹੈ। ਜਦੋਂ ਦੁਸ਼ਮਣ ਚਾਹੇ ਤੇਰਾ ਭਰਾ ਹੈ, ਚਾਹੇ ਚਾਚਾ, ਤਾਇਆ, ਬਾਪ ਹੈ, ਕੋਈ ਵੀ ਹੈ, ਕਿ ਦੇਖੋ ਜੋ ਤੁਸੀਂ 12 ਸਾਲ ਦਾ ਬਨਵਾਸ ਕੱਟ ਆਏ, ਫਿਰ ਤੁਹਾਡਾ ਅੱਧਾ ਰਾਜ ਤੁਹਾਨੂੰ ਮਿਲਣਾ ਚਾਹੀਦਾ ਸੀ, ਪਰ ਤੁਹਾਡੇ ਭਰਾ ਨੇ ਦੁਰਯੋਧਨ ਨੇ ਨਹੀਂ ਦਿੱਤਾ। ਮੈਂ ਗਿਆ ਉਹਦੇ ਕੋਲੇ ਕਿ ਭਾਈ ਤੂੰ ਹੁਣ ਤਾਂ ਉਹ ਬਨਵਾਸ ਕੱਟ ਆਏ ਨੇ, ਉਹਨਾਂ ਦਾ ਹੱਕ ਬਣਦਾ ਅੱਧਾ ਰਾਜ ਦੇ, ਕਹਿੰਦਾ ਮੈਂ ਨਹੀਂ ਦਿੰਦਾ। ਕ੍ਰਿਸ਼ਨ ਮਹਾਰਾਜ ਕਹਿੰਦੇ ਚੱਲ ਕੋਈ ਨਹੀਂ, 5 ਭਰਾ ਨੇ, 5 ਪਿੰਡ ਹੀ ਦੇ ਦੇ, ਕਹਿੰਦਾ ਮੈਂ ਨਹੀਂ ਦਿੰਦਾ। ਕਹਿ ਚੱਲ 1 ਪਿੰਡ ਦੇ ਦੇ, ਕਹਿੰਦਾ ਮੈਂ ਤਾਂ ਸੂਈ ਦੇ ਨੱਕੇ ਜਿੰਨੀ ਥਾਂ ਨਹੀਂ ਦੇਣੀ। ਕਹਿੰਦੇ ਜਦੋਂ ਇਹ ਇੱਥੋਂ ਤੱਕ ਹੈ ਤੁਹਾਡਾ ਹੱਕ ਨਹੀਂ ਦਿੰਦਾ, ਫਿਰ ਤੁਹਾਡੇ ਕੀ ਲੱਗਦਾ? ਮੰਨ ਲਓ ਮੇਰਾ ਭਰਾ ਮੇਰੀ ਜ਼ਮੀਨ ਦੱਬ ਲੈਂਦਾ ਪਿੰਡ 'ਚ, ਅਤੇ ਮੈਂ ਕਹਿੰਦਾ ਭਾਈ ਮੇਰੀ ਜ਼ਮੀਨ ਹੈ ਛੱਡ, ਉਹ ਛੱਡਦਾ ਨਹੀਂ, ਫਿਰ ਮੇਰਾ ਕਾਹਦਾ ਭਰਾ ਹੋਇਆ? ਆਪ ਹੀ ਤੁਸੀਂ ਸੋਚੋ। ਫਿਰ ਉਸ ਨੂੰ ਭਰਾ ਕਹਿਣੀ ਮੂਰਖਤਾ ਹੁੰਦੀ ਹੈ, ਜਿਹੜਾ ਸਾਡਾ ਹੱਕ ਹੀ ਨਹੀਂ ਦਿੰਦਾ ਹੈਗਾ। ਫਿਰ ਕਾਹਦੀ ਰਿਸ਼ਤੇਦਾਰੀ? ਕੋਈ ਰਿਸ਼ਤੇਦਾਰ ਨਹੀਂ। ਕਹਿੰਦੇ ਇਸ ਲਈ ਹੁਣ ਤੇਰੀ ਕੋਈ ਰਿਸ਼ਤੇਦਾਰੀ, ਤੂੰ ਹੈ ਕਸ਼ਤਰੀ, ਅਤੇ ਇਹ ਤੇਰੇ ਨਾਲ ਆ ਗਏ ਲੜਨ, ਚੱਕ ਹਥਿਆਰ, ਤੇਰਾ ਕੰਮ ਲੜਨਾ। ਬਾਕੀ ਜਿਤਾਉਣਾ, ਕਿਸ ਨੂੰ ਜਿਤਾਉਣਾ ਉਹ ਤਾਂ ਮੇਰੇ ਵੱਸ 'ਚ, ਤੇਰੇ ਵੱਸ ਤਾਂ ਹੈ ਨਹੀਂ। ਤੇਰੇ ਵੱਸ 'ਚ ਨਹੀਂ ਕਿ ਤੂੰ ਜਿੱਤ ਜਾਏਗਾ, ਉਹ ਤਾਂ ਮੇਰੇ ਵੱਸ 'ਚ ਹੈ। ਮੈਂ ਦੇਖਣੇ ਕਿਸ ਨੂੰ ਜਿਤਾਉਣਾ ਅਤੇ ਕਿਸ ਨੂੰ ਜਿਤਾਉਣਾ। ਅਤੇ ਜਿਹਦੇ ਵੱਲ ਭਗਵਾਨ ਹੋ ਜਾਏ, ਕਦੇ ਉਹ ਹਾਰਿਆ ਕਰਦਾ ਭਲਾ? ਤੁਸੀਂ ਆਪ ਹੀ ਸੋਚੋ। ਜਿਹਦੇ ਵੱਲ ਭਗਵਾਨ ਹੀ ਹੋ ਜਾਏਗਾ, ਉਹ ਕਿਵੇਂ ਹਾਰ ਸਕਦਾ ਹੈ? ਜਦੋਂ ਲੜਾਈ ਹੋਣੀ ਸੀ, ਕ੍ਰਿਸ਼ਨ ਮਹਾਰਾਜ ਸਾਂਝੇ ਸਨ। ਦੁਰਯੋਧਨ ਦਾ ਬਾਪ ਧ੍ਰਿਤਰਾਸ਼ਟਰ ਕਹਿੰਦਾ ਜਾ ਦੁਰਯੋਧਨ ਕੋਈ ਆਸ਼ੀਰਵਾਦ ਲੈ ਕ੍ਰਿਸ਼ਨ ਮਹਾਰਾਜ ਤੋਂ, ਸਵੇਰੇ ਲੜਾਈ ਸ਼ੁਰੂ ਹੋਣੀ। ਚਲਿਆ ਗਿਆ, ਨਮਸਕਾਰ ਕੀਤੀ। ਕ੍ਰਿਸ਼ਨ ਮਹਾਰਾਜ ਆ ਵੀ ਦੁਰਯੋਧਨ ਕਿਵੇਂ ਆਏ? ਕਹਿੰਦੇ ਤੁਹਾਨੂੰ ਪਤਾ ਵੀ ਸਵੇਰੇ ਲੜਾਈ ਹੋਣੀ ਹੈ, ਸਾਡੀ ਸਹਾਇਤਾ ਕਰੋ। ਕ੍ਰਿਸ਼ਨ ਮੈਂ ਕਿਹਾ ਦੇਖ ਤੂੰ ਆਇਆ ਪਹਿਲਾਂ, ਇੱਕ ਆ ਮੈਂ, ਇੱਕ ਹੈ ਮੇਰੀ ਫੌਜ, ਤੂੰ ਆਇਆ ਪਹਿਲਾਂ, ਬੋਲ ਤੈਨੂੰ ਕੀ ਚਾਹੀਦਾ? ਉਹਨੂੰ ਨਹੀਂ ਸੀ ਪਤਾ ਵੀ ਕ੍ਰਿਸ਼ਨ ਦਾ ਭਗਵਾਨ ਹੈ, ਕਿ ਘਰ ਦਾ ਜੋਗੀ ਜੋਗੜਾ ਹੁੰਦਾ। ਉਹਨੇ ਕਿਹਾ ਇੱਕ ਤੋਂ ਮੈਂ ਕੀ ਕਰਾਉਣਾ? ਕਹਿੰਦੇ ਫੌਜ ਦੇ ਦਿਓ। ਉਹਨੇ ਕਮਾਂਡਰ ਸੱਦਿਆ ਫੌਜ, ਕਹਿੰਦੇ ਭਾਈ ਕੱਲ੍ਹ ਨੂੰ ਤੁਸੀਂ ਦੁਰਯੋਧਨ ਵਾਲੇ ਪਾਸੇ ਹੋ ਕੇ ਪਾਂਡਵਾਂ ਦੇ ਵਿਰੁੱਧ ਲੜਨਾ। 7 ਬਚਨ ਜੀ। ਚਲੇ ਗਿਆ ਵਾਪਸ। ਬਾਪ ਧ੍ਰਿਤਰਾਸ਼ਟਰ ਪੁੱਛਦਾ ਵੀ ਕੀ ਗੱਲਬਾਤ ਹੋਈ? ਕਹਿੰਦਾ ਮੈਂ ਗਿਆ ਸੀ ਜੀ। ਕਹਿੰਦਾ ਦੇਖ ਵੀ ਦੁਰਯੋਧਨ ਤੂੰ ਆਇਆ ਪਹਿਲਾਂ, ਮੇਰੇ ਕੋਲ 2 ਚੀਜ਼ਾਂ ਨੇ, ਇੱਕ ਮੈਂ ਹਾਂ, ਇੱਕ ਮੇਰੀ ਫੌਜ ਹੈ, ਬੋਲ ਤੈਨੂੰ ਕੀ ਚਾਹੀਦਾ? ਬਾਪ ਫਿਰ ਤੂੰ ਕੀ ਮੰਗਿਆ? ਕਹਿੰਦਾ ਮੈਂ ਫੌਜ ਮੰਗੀ। ਕਹਿੰਦਾ ਜਾ ਮੂਰਖਾ, ਤੂੰ ਹਾਰ ਜਾਣਾ। ਕਹਿੰਦਾ ਕਿਉਂ ਹਾਰ ਜਾਣਾ? ਕਹਿੰਦਾ ਭਗਵਾਨ ਹੈ, ਜਿਹਦੇ ਵੱਲ ਉਹ ਹੋ ਜਾਏਗਾ ਭਲਾ ਉਹ ਹਾਰੇਗਾ ਕਦੇ? ਉਹੀ ਗੱਲ ਹੋਈ। ਫਿਰ ਭਗਵਾਨ ਪਾਂਡਵਾਂ ਵੱਲ ਹੋ ਗਿਆ, ਪਾਂਡਵ ਜਿੱਤ ਗਏ। ਸੋ ਇਸ ਲਈ ਭਗਵਾਨ ਨੂੰ ਹਮੇਸ਼ਾ ਆਪਣਾ ਬਣਾ ਕੇ ਰੱਖੀ ਤਾਂ ਬੜੇ ਕੰਮ ਆਏਗਾ। ਅਤੇ ਉਹ ਆਪਣਾ ਕਿਵੇਂ ਬਣਦਾ? ਉਹਦਾ ਨਾਮ ਜਪ ਕੇ, ਉਹਦਾ ਨਾਮ ਜਪੀ ਜਾਓ, ਜਪੀ ਜਾਓ। ਉਹ ਜਿਹੜਾ ਨਾਮ ਜਪਦਾ ਉਹਨੂੰ ਕਹਿੰਦੇ ਭਗਤ ਵੱਛਲ। ਪਰਮਾਤਮਾ ਦਾ ਜਿਹੜਾ ਨਾਮ ਜਪਦਾ, ਪਰਮਾਤਮਾ ਉਹਨੂੰ ਪਿਆਰ ਕਰਦਾ ਹੈ। ਅਤੇ ਜੇ ਰੱਬ ਸਾਨੂੰ ਪਿਆਰ ਕਰਦਾ, ਔਖੇ ਵੇਲੇ ਫਿਰ ਸਾਡੇ ਕੰਮ ਆਵੇਗਾ ਕਿ ਨਹੀਂ ਆਵੇਗਾ? ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੀ ਕਾਜ ਸਵਾਰਤਾ। ਕੌਣ ਸਵਾਰਦਾ? ਜਿਹਦੀ ਭਜਨ ਬੰਦਗੀ ਕਰ ਰਹੇ ਹੋ, ਜਿਹਦੀ ਭਜਨ ਬੰਦਗੀ ਕਰ ਉਹ ਸਵਾਰੇਗਾ ਕੰਮ। ਅਤੇ ਕੰਮ ਦੀ ਤਾਂ ਚਿੰਤਾ ਹੈ ਸਾਨੂੰ ਵੀ ਇਹ ਸੰਵਰੇਗਾ ਕਿ ਨਹੀਂ ਸੰਵਰੇਗਾ। ਬਾਬਾ ਜੀ ਅੜਚਣ ਆ ਗਈ ਹੈ। ਸੋ ਨਾਮ ਜਪੀ ਜਾਇਆ ਕਰੋ।
ਨਾਮ ਜਪਣਾ ਦੋ ਖੁਸ਼ ਹੁੰਦੇ ਨੇ, ਗੁਰੂ ਮਹਾਰਾਜ ਖੁਸ਼ ਹੁੰਦੇ ਨੇ ਵੀ ਮੇਰਾ ਸਿੱਖ ਨਾਮ ਜਪਦਾ ਵੇ, ਕਿਉਂਕਿ ਸਿੱਖ ਦਾ ਕੰਮ ਹੀ ਹੈ ਗੁਰੂ ਦੇ ਆਖੇ ਲੱਗਣ। ਤੇ ਗੁਰੂ ਕਹਿੰਦੇ ਮੈਂ ਤੈਨੂੰ ਗੁਰਮੰਤਰ ਦਿੱਤਾ, ਊਠ ਤੇ ਬੈਠ ਤੇ ਸੋਵਤ ਜਾਗਤ ਇਹ ਮਨ ਤੁਝੇ ਚਿਤਾ। ਭਾਈ ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਮੇਰਾ ਨਾਮ, ਮੈਂ ਜਿਹੜਾ ਗੁਰਮੰਤਰ ਦਾ ਨਾਮ ਜਪੀ ਜਾਓ। ਰੱਬ ਖੁਸ਼ ਹੈ ਕਿ ਮੇਰਾ ਨਾਮ ਜਪਦਾ ਹੈ। ਗੁਰੂ ਤੇ ਇਸ ਲਈ ਖੁਸ਼ ਹੈ ਕਿ ਮੈਨੂੰ ਗੁਰਮੰਤਰ ਦਿੱਤਾ ਸੀ, ਉਹਦਾ ਹੀ ਜਾਪ ਕਰਦਾ ਹੈ। ਸ਼ਾਬਾਸ਼ ਹੈ ਭਾਈ, ਆਖੇ ਲੱਗਦਾ ਸਿੱਖ। ਰੱਬ ਇਸ ਲਈ ਖੁਸ਼ ਹੈ, ਇਹ ਮੇਰਾ ਨਾਮ ਜਪਦਾ। ਤੇ ਜਿਸ ਬੰਦੇ ਤੇ ਰੱਬ ਵੀ ਖੁਸ਼ ਤੇ ਗੁਰੂ ਵੀ ਖੁਸ਼, ਉਹਨੂੰ ਕਾਹਦੀ ਪਰਵਾਹ ਜੀ, ਉਹਨੂੰ ਕਾਹਦੀ ਪਰਵਾਹ। ਇਹ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜਗ ਭਾਵੇਂ ਸਾਰਾ ਰੁੱਸ ਜਾ। ਜਿਹਦੇ ਵੱਲ ਗੁਰੂ ਹੋ ਜੇ, ਰੱਬ ਹੋ ਜੇ, ਉਹਨੂੰ ਕੀ ਪਰਵਾਹ ਹੈ। ਇਸ ਲਈ ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ। ਜਦ ਬਾਣੀ ਪੜ੍ਹਾਂਗੇ ਗੁਰੂ ਮਹਾਰਾਜ ਖੁਸ਼ ਹੁੰਦੇ ਨੇ, ਕਿਉਂਕਿ ਸਾਡੇ ਪੜ੍ਹਨ ਲਈ ਐਡਾ ਵੱਡਾ ਗ੍ਰੰਥ ਉਹਨਾਂ ਤਿਆਰ ਕੀਤਾ ਹੈ, ਸਾਡੇ ਪੜ੍ਹਨ ਲਈ ਕੀਤਾ ਨਾ। ਮੇਰੀ ਇੱਕ ਬਾਣੀ ਨਾਲ ਨਹੀਂ ਸਰਨਾ। ਚਲੋ ਜਿਹਨੂੰ ਸਾਰਾ ਨਹੀਂ ਪੜ੍ਹਨਾ ਆਉਂਦਾ ਉਹ ਤਾਂ ਠੀਕ ਹੈ ਭਾਈ, ਮੂਲ ਮੰਤਰ ਦਾ ਜਾਪ ਕਰੀਏ ਤਾਂ ਵੀ ਉਹਦੇ ਤਾਂ ਸਰ ਜੂਗਾ। ਪਰਮਾਤਮਾ ਗੁਰੂ ਮਾ ਪਤਾ ਵੀ ਤਾਂ ਅਨਪੜ੍ਹ ਹੈ। ਜਿਹੜਾ ਪੜ੍ਹਿਆ ਲਿਖਿਆ ਹੈ, ਆਹਰ ਕੇ 1430 ਸਫ਼ੇ ਦਾ ਗ੍ਰੰਥ ਲਿਖਿਆ ਹੋਇਆ ਹੈ, ਇਹ ਸਾਡੇ ਪੜ੍ਹਨ ਲਈ ਹੀ ਲਿਖਿਆ ਹੋਇਆ ਨਾ। ਇਹ ਵਿਖਾਵੇ ਲਈ ਤਾਂ ਲਿਖਿਆ ਨਹੀਂ ਹੈ ਵੀ ਅੰਦਰ ਮੱਥੇ ਟੇਕੀ ਜਾਓ, ਪੜ੍ਹਨ ਲਈ ਪੜ੍ਹਿਆ ਪਤਾ ਲੱਗੂ ਗੁਰੂ ਮਹਾਰਾਜ ਕਹਿੰਦੇ ਕੀ ਨੇ, ਕੀ ਕਰਨਾ ਕੀ ਨਹੀਂ ਕਰਨਾ। ਕਿਉਂਕਿ ਹੁਣ 500 ਸਾਲ ਪੁਰਾਣੀ ਪੰਜਾਬੀ ਇਹ ਹੋ ਗਈ ਹੈ। ਅੱਜ ਦੀ ਪੰਜਾਬੀ ਅਤੇ ਉਸ ਸਮੇਂ ਦਾ ਫਰਕ ਹੈ। ਅਤੇ ਕੋਈ ਨਿਰੀ ਹਿੰਦੀ ਇਹਦੇ ਵਿੱਚ ਹੈ। ਉਦੋਂ ਅੱਜ ਦੀ ਤਰ੍ਹਾਂ ਪੰਜਾਬੀ ਨਹੀਂ ਸੀ। ਜੇ ਅੱਜ ਦੀ ਤਰ੍ਹਾਂ ਪੰਜਾਬੀ ਹੁੰਦੀ ਤਾਂ ਫਿਰ ਅੱਜ ਦੀ ਪੰਜਾਬੀ 'ਚ ਸਾਰਾ ਗੁਰੂ ਗ੍ਰੰਥ ਲਿਖਿਆ ਹੁੰਦਾ। ਉਸ ਵੇਲੇ ਜੋ ਬੋਲੀ ਪ੍ਰਚਲਿਤ ਸੀ ਉਸ ਦੇ ਵਿੱਚ ਉਹਨਾਂ ਨੇ ਲਿਖਤਾ। ਇਸ ਲਈ ਬਾਣੀ ਵੀ ਪੜ੍ਹੋ। ਅਤੇ ਫਿਰ ਇਸ ਨੂੰ ਕਥਾ ਵਾਰਤਾ ਇਸ ਲਈ ਹੈ ਕਿ ਠੀਕ ਹੈ 500 ਸਾਲ ਪੁਰਾਣੀ ਚੀਜ਼ ਹੈ, ਹਰ ਇੱਕ ਨੂੰ ਇਹਦੇ ਅਰਥ ਨਹੀਂ ਆਉਂਦੇ। ਕਿਉਂਕਿ ਜੇ ਤਾਂ ਇਕੱਲੀ ਹਿੰਦੀ ਹੁੰਦੀ ਤਾਂ ਵੀ ਸਰ ਜਾਣਾ ਸੀ ਸ਼ਾਇਦ, ਵੀ ਆਪਾਂ ਸਕੂਲਾਂ 'ਚ ਹਿੰਦੀ ਪੜ੍ਹਦੇ ਹੀ ਹਾਂ। ਇਹ ਪੰਜਾਬੀ ਵੀ ਹੈ, ਇਹ ਹਿੰਦੀ ਵੀ ਹੈ, ਇਸ 'ਚ ਸੰਸਕ੍ਰਿਤ ਵੀ ਹੈ, ਇਸ 'ਚ ਫਾਰਸੀ ਵੀ ਹੈ, ਇਸ 'ਚ ਜਿਹੜਾ ਹੈ ਅਰਬੀ ਵੀ ਹੈ, ਇਸ 'ਚ ਬ੍ਰਜ ਭਾਸ਼ਾ ਵੀ ਹੈ, ਇਸ ਦੇ ਵਿੱਚ ਜਿਹੜਾ ਹੈ ਬੰਗਾਲੀ ਵੀ ਹੈ, ਇਸ 'ਚ ਮਰਾਠੀ ਵੀ ਹੈ, ਇਸ 'ਚ ਕੰਨੜ ਵੀ ਹੈ। ਅੱਡ-ਅੱਡ ਭਾਸ਼ਾਵਾਂ ਨੇ ਇਹਦੇ ਵਿੱਚ। ਇਸ ਕਰਕੇ ਅੱਜ ਇਹਨੂੰ ਸਮਝਣਾ ਆਮ ਬੰਦੇ ਦੇ ਵੱਸ ਦਾ ਨਹੀਂ ਰਿਹਾ। ਬਹੁਤ ਸਾਰੀ ਤਾਂ ਸਮਝ ਆਏ ਜੇ ਧਿਆਨ ਨਾਲ ਆਪਾਂ ਪੜ੍ਹੀਏ, ਬਾਕੀ ਨਹੀਂ ਤਾਂ ਫਿਰ ਅਰਥ ਆਉਣੇ ਚਾਹੀਦੇ ਨੇ। ਇਹ ਕਥਾ ਵਾਰਤਾ ਕੁਦਰਤੀ ਹੀ ਦਸਮ ਪਾਤਸ਼ਾਹ ਨੇ ਸ਼ੁਰੂ ਕਰਤੀ ਸੀ, ਨਹੀਂ ਤਾਂ ਉਸ ਦਾ ਨੁਕਤਾਚੀਨੀ ਹੁੰਦੀ ਵੀ ਨਹੀਂ ਜੀ। ਬਾਣੀ ਦਾ ਗਾਇਆ ਕਰਦੇ ਸਨ ਜੀ ਉਦੋਂ। ਦਸਮ ਪਾਤਸ਼ਾਹ ਜੋ ਦੁਬਾਰਾ ਗੁਰੂ ਗ੍ਰੰਥ ਸਾਹਿਬ ਤਿਆਰ ਕਰਵਾਇਆ ਅਗਸਤ ਦੇ ਮਹੀਨੇ 'ਚ 1706 ਈਸਵੀ 'ਚ, ਫਿਰ ਜਿਹੜਾ ਹੈ ਉਹਨਾਂ ਨੇ ਜਿੰਨਾ ਰੋਜ਼ ਲਿਖਾਉਂਦੇ ਸਨ, ਸ਼ਾਮ ਨੂੰ ਉਹ ਕਥਾ ਕਰਿਆ ਕਰਦੇ ਸਨ। ਇਸ ਤਰ੍ਹਾਂ ਸਾਲ ਲੱਗ ਗਿਆ। ਅਤੇ ਕਹਿੰਦੇ ਨੇ ਉਦੋਂ 48 ਗੁਰਮੁਖ ਸਿੱਖ ਪਿਆਰਿਆਂ ਨੇ ਕਥਾ ਸੁਣਨ ਵਾਲੇ ਤਾਂ ਬਹੁਤ ਸਨ, ਪਰ ਸਾਰੀ ਦੀ ਸਾਰੀ ਕਥਾ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸਿਰਫ 48 ਬੰਦੇ ਨੇ ਸਾਰੀ ਕਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਖਾਰ ਬਿੰਦ ਤੋਂ ਸੁਣੀ। ਉਹ ਤਾਂ 48 ਦੇ 48 ਹੀ ਬ੍ਰਹਮ ਗਿਆਨੀ ਹੋ ਗਏ। ਉਹ ਤਾਂ ਸਰੀਰ ਤਿਆਗ ਕੇ ਵਿਦੇਹ ਹੋ ਕੇ ਹੁਣ ਜਿਹੜੀ ਆਤਮਾ ਹੈ ਉਹ ਸੱਚਖੰਡ ਨੂੰ ਜਾ ਰਹੀ ਹੈ। ਗੁਰੂ ਮਹਾਰਾਜ ਦੇਖਿਆ ਵੀ ਤਾਂ ਸਾਰੇ ਚੱਲੇ ਨੇ। ਤਾਂ ਉਹਨੇ ਆਵਾਜ਼ ਮਾਰੀ, ਭਾਈ ਮਨੀ ਸਿੰਘ ਜੀ, ਦੀਪ ਸਿੰਘ ਜੀ ਵਾਪਸ ਆਓ। ਉਹ ਰੂਹਾਂ ਵਾਪਸ ਆ ਗਈ। ਕਹੇ ਤੁਸੀਂ ਚੰਗੇ ਬੰਦੇ ਹੋ, ਮੈਨੂੰ ਦੱਸ ਕੇ ਹੀ ਚੱਲੇ। ਕਹਿੰਦੇ ਸੱਚਖੰਡ ਜਾ ਰਹੇ ਸੀ, ਤੁਸੀਂ ਹੇਠਾਂ ਸੱਦ ਲਏ। ਕਹਿੰਦੇ ਦੀਪ ਸਿੰਘ ਜੀ, ਮਨੀ ਸਿੰਘ ਜੀ, ਤੁਸੀਂ ਸੱਚਖੰਡ ਹੀ ਜਾਓਗੇ, ਅੱਜ ਤੁਹਾਡੇ ਤੋਂ ਕੰਮ ਲੈਣਾ। ਅਤੇ ਦੇਖੋ ਫਿਰ ਭਾਈ ਦੀਪ ਸਿੰਘ ਤਾਂ ਫਿਰ ਜਿਹੜਾ ਅੰਮ੍ਰਿਤਸਰ ਖਾਲੀ ਕਰੋ ਦੁਸ਼ਮਣਾਂ ਦਾ ਕਰਾਉਣ ਦਾ ਕੰਮ ਲਿਆ ਹੈ। ਭਾਈ ਮਨੀ ਸਿੰਘ ਨੇ ਬੰਦ ਕਟਵਾਏ ਗਏ, ਉਹ ਵੀ ਸੱਚਖੰਡ ਨੂੰ। ਕਹਿਣ ਦਾ ਮਤਲਬ ਹੈ ਜਦੋਂ ਧਿਆਨ ਨਾਲ
फिर गुरु गोबिंद सिंह मुखारबिंद तो कथा सुनी, किसी सधारण बंदे के मुखारबिंद तो नहीं, गुरु गोबिंद सिंह जी महाराज के मुखारबिंद तो सारे दे सारे गुरु ग्रंथ की कथा सुनी। वो विरला ही हुंदा, साढ़े जो एक भी नहीं बैठा जिन्हें जदों की कथा शुरू है विच छुट्टी ना ली होवे। वो किड्डे भागा वाले लोग सन भी सारी दी सारी कथा और गुरु ग्रंथ की सुनी। गुरु महाराज कहते, हे परमात्मा, जो कुछ भी हो रहा तेरे भाने च हो रहा है, जेड़ा मन अठ करदा कि नहीं मैं कर सकता हाँ, मैं करांगा, अंतर विगोवे अखीर नूं खुआर हुंदा है। क्योंकि होना तो वही है जो परमात्मा ने करना है। सानू पता नहीं उन्हें की करना, इसलिए असीं यतन करते हैं, इसलिए असीं यतन करते हैं। हुण सारे पंजाब ने तो कनेडा अमरीका चले नहीं जाना, ये तो तुसीं भी सियाणे हो, पर यतन के कारण बचे। कोई तो इक्को वारी दिंदा आईलैट्स का पेपर, नहीं नंबर है, हौसला छड्ड पैंदा। असी इसलिए कहानियां दोहराउंदे रहने हाँ, स्कूलों च भी ते कथा दे विच भी। कहानी सी इंग्लिश किंग ब्रूस एंड द स्पाइडर, स्पाइडर हुंदी मकड़ी, राजे का नाम सी ब्रूस। किसे राजे ने उहदे देश ते करता हमला, ब्रूस गया हार, अपनी जान बचाउण लई भज्जिया गया, पहाड़ की गुफा जाके लुक गया है। थकिया सी लेट गया, उत्ते मकड़ी का जाला सी लगा, मकड़ी हेठां डिग पई है जाले चों, पर वो तार दे नाल जिहड़े जाले की तार सी उसने लटक रही है। वेख रहा ब्रूस, वो मकड़ी ने उहदे राही जाल उपर जाण की कोशिश की, कोई दूरी ते जाके वो फिर डिग पई हेठां, फिर उन्हें कोशिश की, वो फिर डिग पई, उन्हें फिर कोशिश की, वो फिर डिग पई। राजा ब्रूस कहंदा एक कीड़ा बेवकूफ़ है भी जे तू वारी वारी डिग रहे हैं ना चढ़ उत्ते, पर नहीं, चौथी वारी, पंजवीं वारी, छेवीं वारी, सतवीं वारी, जदों 6 वारी डिगे, 7वीं वारी कोशिश की ना, वो अपने जाले पहुँच गए। किंग ब्रूस हक्का बक्का रह गया, कहता ब्रूस तू एक बार हार के हौसला ढा बैठा है, ये 6 बार भी डिग के ने हौसला नहीं छड्या, 7वीं बारी कामयाब हो गई है, उठ। बस उठिया, फिर दोबारा फौजां कट्ठियां कीतियां, फिर हमला करता जित गया। ते हेठा मॉरल सी ट्राई ट्राई अगेन, वारी वारी कोशिश करो, कदे तो कामयाब होवांगे। इसलिए एक बारी आईलैट्स जे हो गया कोई गल नहीं, पहली बारी कोई तजर्बा हो जाता, दूजी बारी फिर दिओ, फिर कोई होर तजर्बा कर, तीजी बारी फिर दिओ। स्पीकिंग या स्पोकन इंग्लिश आनी चाहिए है, वो अपने ट्यूशनों तो सिखाते ही ने। बच्चा जे +2 तो बाद ना वो 2-4 महीने जरा लवा लेने चाहिए, स्पोकन इंग्लिश उन्होंने आनी चाहिए है। तो बच्चों असीं समझाते हुण स्कूलों भी अंग्रेजी के पीढ़ अंग्रेजी बोलो, टुटी फुटी चाहे बोलो, भी ASMR का ख्याल नहीं रखना, आई गोइंग बस MO छड्डो तुसीं, भी अगले नूं थोड़ी समझ आनी चाहिए। आई वांट टू ड्रिंक वाटर पूरा नहीं होंदा, प्लीज़ वाटर वाटर, अगला समझाए ने पानी पीना, बस डांगी सार ने आपे। जो उस देश चले जाओ उत्थे सारे अंग्रेजी बोलते, आपे बोलनी आ जाएगी। जब मैं हरियाणे च सर्विस करता सी तो सारे हिंदी बोलते थे, मेरी पंजाबी तो कोई समझते कोई नहीं सी। 15 दिन च हिंदी बोलनी आ गई, क्यों सरदे ही नहीं सी। हौसला नहीं छड्डना चाहिए, लगे रहना चाहिए, लगे रहना चाहिए, कदे ना कदे कामयाबी मिलेगी। सो इसलिए लगे रहो बस। बाकी ठीक है, परमात्मा वेखदा यार, वारी वारी मेहनत करदा है, इनू सफल कर ही दिओ, ट्राई कर, वारी लगा, हौसला नहीं छड्डिया। सो तां गुरु महाराज कहंदे मनमुखी मत कूड़ व्यापी, कूड़ माया नूं कहंदे ने।
ਜਿਹੜਾ ਮਨਮੁਖ ਹੈ ਇਹਦੀ ਮੱਤ ਤੇ ਕੂ ਮਾਇਆ ਵਿੱਚ ਫਸੀ ਹੋਈ, ਵਿਆਪੀ ਨੂੰ ਫਸੇ ਹੋਣ, ਇਹਦੀ ਮੱਤ ਤੇ ਮਾਇਆ 'ਚ ਫਸੀ ਹੋਈ ਹੈ, ਵੀ ਵੱਧ ਤੋਂ ਵੱਧ ਮਾਇਆ ਕਮਾਉਣ 'ਤੇ ਲੱਗਾ ਹੋਇਆ ਹੈ। ਇਹਨੂੰ ਭੁੱਲ ਹੀ ਗਿਆ ਕਿ ਮੈਂ ਇਸ ਸੰਸਾਰ 'ਚ ਕੀ ਕਰਨ ਆਇਆ ਹਾਂ, ਭੁੱਲ ਹੀ ਗਿਆ ਮੈਂ ਸੰਸਾਰ 'ਚ ਕੀ ਕਰਨਾ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇ। ਹੁਣ ਤੁਸੀਂ ਜੀ ਅਵਰ ਕਾਜ ਜਿਸੇ ਕੋਈ ਕੰਮ ਨਾ ਕਰੀਏ, ਨਹੀਂ। ਅਵਰ ਕਾਜ ਦਾ ਮਤਲਬ ਉਹ ਕੰਮ ਜੋ ਗੁਰਬਾਣੀ ਦੇ ਵਿਰੁੱਧ ਹਨ, ਉਹਨੂੰ ਗੁਰਬਾਣੀ ਲਿਖਿਆ ਅਵਰ ਕਾਜ। ਉਹ ਕੰਮ ਨਹੀਂ ਕਰਨੇ ਚਾਹੀਦੇ ਜਿਹੜੇ ਗੁਰਬਾਣੀ ਦੇ ਵਿਰੁੱਧ ਨੇ। ਇਹ ਕਿਸੇ ਕੰਮ ਨਹੀਂ ਤੇਰੇ ਆਉਣੇ। ਸਤ ਸੰਗਤ 'ਚ ਨਾਮ ਜਪ, ਇਹ ਤੇਰੇ ਕੰਮ ਆਉਣਾ ਹੈ। ਇਸ ਕੰਮ ਅਸੀਂ ਆਏ, ਜਾ ਕੋ ਆਏ ਸੋਈ ਵਿਆਜ, ਉਹੀ ਖਰੀਦੋ, ਉਹੀ ਇਕੱਠਾ ਕਰੋ ਜਿਹਦੇ ਲਈ ਤੁਸੀਂ ਆਏ ਹੋ। ਆਪਾਂ ਇੱਥੇ ਨਾਮ ਜਪਣ ਆਏ ਹਾਂ। ਤਾਂ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਇੰਨੀ ਮਹਾਨਤਾ ਦਿੱਤੀ ਹੈ ਗੁਰੂ ਮਾਰ ਕੇ। ਮੈਂ ਉਸ ਸਿੱਖ ਦੀ ਚਰਨ ਧੂੜ ਮੰਗਦਾ ਜਿਹੜਾ ਜਪਦਾ ਵੀ ਹੈ ਅਤੇ ਦੂਜਾ ਤਾਂ ਜਪਾਉਂਦਾ ਵੀ ਹੈ। ਸੋ ਸਿੱਖ ਕਿੱਡੇ ਵੱਡੇ ਭਾਗਾਂ ਵਾਲਾ ਹੈ ਕਿ ਇਹੋ ਜਿਹੇ ਸਿੱਖ ਦੀ ਗੁਰੂ ਮਹਾਰਾਜ ਚਰਨ ਧੂੜ ਮੰਗਦੇ ਹਨ। ਇਸ ਲਈ ਭਾਈ ਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ, ਠੀਕ ਹੈ, ਜਿੰਨਾ ਵੀ ਸਮਾਂ ਮਿਲੇ। ਫਜ਼ੂਲ ਦੀਆਂ ਗੱਲਾਂ ਕਰਨੀਆਂ, ਫਜ਼ੂਲ ਦੇ ਕੰਮ ਕਰਨੇ, ਕੋਈ ਫਾਇਦਾ ਨਹੀਂ, ਕਿਸੇ ਲੇਖੇ 'ਚ ਨਹੀਂ ਹੈਗੇ। ਜਦੋਂ ਅਸੀਂ ਇਸ ਪਾਸੇ ਨੂੰ ਸਮਾਂ ਕੱਢਣ ਲੱਗ ਜਾਏ, ਪਰਮਾਤਮਾ ਆਪੇ ਹੋਰ ਦੇਵੇਗਾ। ਵਿਸ਼ਵਾਸ ਰੱਖਣਾ। ਮਹਾਂਪੁਰਖ ਜਿਹੜੀ ਗੱਲ ਕਹਿੰਦੇ ਨੇ ਉਹ ਸੱਚ ਕਹਿੰਦੇ ਹੁੰਦੇ ਨੇ। ਸਾਡੇ ਤੁਹਾਡੇ ਵਰਗੇ ਕੋਈ ਗੱਲ ਕਹੇਗਾ ਹੋਰ ਗੱਲ ਹੁੰਦੀ ਹੈ। ਮਹਾਂਪੁਰਖ ਜਿਹੜੀ ਗੱਲ ਕਹਿੰਦੇ ਨੇ, ਮਹਾਂਪੁਰਖਾਂ ਦੀ ਮੈਂ ਤੁਹਾਨੂੰ ਕਿੰਨੇ ਵਾਰੀ ਸੁਣਾਈ ਹੈ ਨਾ, ਕਿਉਂਕਿ ਮੈਂ ਟੀਚਰ ਲੱਗਾ ਸੰਗ ਦਾ ਮੈਂ ਹੈ ਨਹੀਂ ਸੀ। ਉਹ ਸਹਿਜ ਸੁਭਾਅ ਸੰਤ ਬਾਬਾ ਮੋਹਨ ਸਿੰਘ ਭਿੰਡਰਾਂ ਵਾਲੇ, ਸੰਤ ਗੁਰਬਚਨ ਸਿੰਘ ਜੀ ਵੱਡੇ ਮਹਾਂਪੁਰਖ ਸਨ। ਉਦੋਂ ਅੱਗੇ ਫਿਰ ਉਹਨਾਂ ਦੇ ਦੋ ਜਥੇ ਸਨ। ਇੱਕ ਦੇ ਇੰਚਾਰਜ ਸੰਤ ਬਾਬਾ ਮੋਹਨ ਸਿੰਘ ਜੀ ਪਿੰਡਰਾਂ ਵਾਲੇ, ਦੂਜੇ ਸੰਤ ਕਰਤਾਰ ਸਿੰਘ ਜੀ ਸਨ। ਸੰਤ ਬਾਬਾ ਮੋਹਨ ਸਿੰਘ ਪਿੰਡਾਂ ਵਾਲੇ ਤਾਂ ਹੁਣ ਪਿੱਛੇ ਜੇ ਸਰੀਰ 'ਤੇ ਅੱਗੇ ਕੁਝ ਮਹੀਨੇ ਹੋਏ ਨੇ, 105 ਸਾਲ ਦੀ ਉਮਰ ਉਹਨਾਂ ਨੇ ਭੋਗੀ। ਸੰਤ ਕਰਤਾਰ ਸਿੰਘ ਤੋਂ ਬਾਅਦ ਫਿਰ ਅੱਗੇ ਕਈ ਹੋਏ, ਸੰਤ ਬਾਬਾ ਠਾਕੁਰ ਸਿੰਘ ਜੀ ਹੋਏ, ਹੋਰ ਕਈ ਹੋਏ। ਅਤੇ ਫਿਰ ਉਹ ਕਿਹੜੇ ਸਨ ਆਪਣੇ ਜਿਨ੍ਹਾਂ ਨੂੰ ਅੱਤਵਾਦੀ ਕਹਿੰਦੇ ਮਹਾਂਪੁਰਖ, ਹਾਂਜੀ ਹਾਂ, ਜਿਨ੍ਹਾਂ ਨੂੰ ਜਿਹੜਾ ਵਿਰੋਧੀ ਅੱਤਵਾਦੀ ਕਹਿੰਦੇ। ਸੋ ਉਸ 'ਚੋਂ ਫਿਰ ਅੱਗੇ ਕਈ ਹੋਏ। ਉਹ ਕਹਿੰਦੇ ਸਨ, ਉਹ ਸੰਥਿਆ ਵੀ ਦਿੰਦੇ ਸਨ, ਨਾਲ ਕਥਾ ਵੀ ਕਰਦੇ ਸਨ। ਮੈਨੂੰ ਗਰਮੀ ਦੀਆਂ ਛੁੱਟੀਆਂ ਸੀ, ਉਹਨਾਂ ਦੇ ਦੀਵਾਨ ਲੱਗੇ ਸਨ ਸਾਡੇ ਪਿੰਡ 'ਚ ਜਿੱਥੇ ਮੈਂ ਸਰਵਿਸ ਕਰਦਾ ਸੀ। ਮੈਂ ਸਟੇਜ ਸੈਕਟਰੀ ਸੀ, ਮੇਰਾ ਉਹਨਾਂ ਨਾਲ ਪ੍ਰੇਮ ਹੋ ਗਿਆ। ਅਤੇ ਮੈਂ ਉਹਨਾਂ ਨੂੰ ਕਿਹਾ ਜੀ ਵੀ ਮੈਂ ਆ ਜਾ ਕਰਾਂ ਕਲਾਸ 'ਚ। ਕਹਿੰਦੇ ਆ ਜਾ ਕਰ ਭਾਈ, ਵਿਹਲਾ ਹੀ ਹੈ, ਆ ਜਾ ਕਰ। ਅਜੇ 3 ਕੁ ਦਿਨ ਹੋਏ ਸਨ। ਉਹ ਸਹਿਜ ਸੁਭਾਅ ਇੱਕ ਦਿਨ ਕਹਿੰਦੇ ਭਾਈ ਜਿਹੜਾ 1 ਘੰਟਾ ਸਿਮਰਨ ਕਰੇ ਪਰਮਾਤਮਾ ਨੂੰ 2 ਘੰਟੇ ਦੀ ਵੇਹਲ ਦਿੰਦਾ ਹੈ। ਉਹ ਉਹਨਾਂ 'ਚ ਪੜ੍ਹਿਆ ਲਿਖਿਆ ਮੈਂ ਹੀ ਸੀ, ਬਾਕੀ ਉਹ ਸਾਰੇ ਅਜੇ ਨਵੇਂ ਲੱਗੇ ਹੋਏ ਸਨ। ਮੈਂ ਕਿਹਾ ਜਿਹੜਾ 2 ਘੰਟੇ ਸਿਮਰਨ ਕਰੇ ਜੀ, ਕਹਿੰਦੇ ਪਰਮਾਤਮਾ ਨੂੰ 4 ਘੰਟੇ ਦੀ ਵੇਹਲ ਦਿੰਦਾ। ਮੈਂ ਕਿਹਾ ਜਿਹੜਾ 4 ਘੰਟੇ ਸਿਮਰਨ ਕਰੇ ਜੀ, ਪਰਮਾਤਮਾ ਨੂੰ 8 ਘੰਟੇ ਦੀ ਵੇਹਲ ਦਿੰਦਾ। ਮੈਂ ਕਿਹਾ ਜਿਹੜਾ 8 ਘੰਟੇ ਸਿਮਰਨ ਕਰੇ ਜੀ, ਕਹਿੰਦੇ ਪਰਮਾਤਮਾ ਨੂੰ 16 ਘੰਟੇ ਦੀ ਵੇਹਲ ਦਿੰਦਾ। ਮੈਂ ਅੱਗੇ ਲੱਗੇ ਹੀ ਸੀ ਕਹਿਣ ਵੀ ਜਿਹੜਾ 16 ਘੰਟੇ, ਕਹਿੰਦੇ ਭਾਈ ਵੀ ਸਮਝ ਗਿਆ। ਜਿਹੜਾ 24 ਘੰਟੇ ਸਿਮਰਨ ਕਰੇ ਉਸਨੇ ਕੋਈ ਕੰਮ ਨਹੀਂ ਕਰਨਾ ਹੁੰਦਾ, ਪਰਮਾਤਮਾ ਉਸ 'ਤੇ ਸੇਵਾਦਾਰ ਲਾ ਦਿੰਦਾ ਹੈ, ਉਹ ਆਪੇ ਕੰਮ ਕਰਦੇ ਰਹਿੰਦੇ ਨੇ, ਉਹਨੇ ਕੋਈ ਕੰਮ ਨਹੀਂ ਕਰਨਾ ਹੁੰਦਾ। ਆਪ ਇਹ ਨਾ ਕਹੋ ਪਰਮਾਤਮਾ ਵੇਹਲ ਦੇਵੇਗਾ ਅਤੇ ਫਿਰ ਮੈਂ ਕਰਾਂਗਾ, ਐ ਨਹੀਂ ਚੱਲੇਗਾ। ਐਂ ਤਾਂ ਤੁਹਾਨੂੰ ਕਦੇ ਵੀ ਵੇਹਲ ਨਹੀਂ ਮਿਲਣੀ। ਤੁਸੀਂ ਲੱਗ ਜਾਓ, ਆਪੇ ਪਰਮਾਤਮਾ ਵਿਧ ਬਣਾਵੇਗਾ। ਤੁਸੀਂ ਕਹੋ ਜੀ ਵੇਹਲ ਕਿਵੇਂ ਮਿਲ ਜਾਏਗੀ ਜੀ? ਜਦੋਂ ਪਰਮਾਤਮਾ ਦੇ ਕਾਰਜ ਸਵਾਰ ਲੱਗ ਜਾਏਗਾ, ਹੋ ਗਈ ਨਾ ਵੇਹਲ। ਜੋ ਤੁਸੀਂ ਭਜਨ ਬੰਦੀ ਕੇ ਕਰੋਗੇ, ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰ, ਤੁਹਾਡੇ ਕਾਰਜ ਸਵਾਰਨੇ ਸ਼ੁਰੂ ਕਰ ਦੇਗਾ। ਆਪੇ ਤੁਸੀਂ ਵਿਹਲੇ ਹੋਈ ਜਾਓਗੇ, ਦਿਨੋਂ ਦਿਨ ਵਿਹਲੇ ਹੋਈ ਜਾਓਗੇ, ਅਤੇ ਮੇਰੇ ਵਾਂਗ ਬਿਲਕੁਲ ਵਿਹਲੜ ਹੋ ਜਾਓਗੇ। ਹੁਣ ਮੇਰੇ ਕੋਲ ਬਹਾਨਾ ਦੇ ਨਾ ਆ ਬੈਠਣ ਕੇ ਮਾਨ ਸਾਹਿਬ, ਸਾਡੇ ਕੋਲ ਕੋਈ ਬਹਾਨਾ ਬੁਨਾ ਨਾ, ਗਿਆਨੀ ਜੀ ਕੋਲ ਨਾ, ਆਜ਼ਾਦ ਸਿੰਘ ਕੋਲ ਨਾ, ਦੂਜੇ ਜਿਹੜੇ ਰਿਟਾਇਰ ਹੋ ਗਏ ਨੇ। ਸਾਡਾ ਜ਼ਿਆਦਾ ਕੁਟਾਪਾ ਹੋਣਾ ਜੇ ਅਸੀਂ ਹੁਣ ਵੀ ਨਾ ਨਾਮ ਜਪਿਆ।
ਉਹ ਕਹੇ ਅੱਛਾ, ਉਹ ਤੁਹਾਨੂੰ ਖਾਣ ਨੂੰ ਸਰਕਾਰ ਦਿੰਦੇ ਸੀ ਚੰਗੀਆਂ ਪੈਨਸ਼ਨਾਂ, ਤੁਹਾਡੇ ਕੋਲ ਬੈਂਕ ਬੈਲੈਂਸ ਵੀ ਸੀ, ਜਵਾਕ ਜੂਸ ਤੁਸੀਂ ਸਾਰੇ ਵਿਆਹ 'ਤੇ, ਹੁਣ ਕਿਉਂ ਨਹੀਂ ਤੁਸੀਂ ਨਾਮ ਜਪਿਆ? ਢਾਹ ਲਓ ਇਹਨਾਂ ਨੂੰ। ਸੋ ਖਿਆਲ ਰੱਖਣਾ ਮਾਨ ਸਾਹਿਬ, ਮੈਂ ਦੁਹਰਾਉਂਦਾ ਰਹਿਣਾ, ਜਿੰਨੇ ਬੁੱਢੇ ਠਹਿਰੇ ਹੋ ਵਿਹਲੇ ਤੇ ਹੈ ਜੇ ਅੰਗ ਨੂੰ ਚੱਲਦੇ ਨੇ ਕੰਮ, ਚਲੋ ਬਿਮਾਰ ਹੋ ਗਏ ਫਿਰ ਤਾਂ ਗੱਲ ਵੱਖਰੀ ਹੈ ਨਾ ਜੀ, ਮਜਬੂਰੀ ਹੁੰਦੀ ਹੈ। ਅੰਗ ਨੂੰ ਚੱਲਦੇ ਨੇ, ਦਿਮਾਗ ਜੇ ਕੰਮ ਕਰਦਾ, ਫਿਰ ਐਵੇਂ ਨਹੀਂ ਖਰਾਬ ਕਰਨਾ ਸਮਾਂ। ਘੰਟਿਆਂ ਬੱਧੀ ਅਖਬਾਰਾਂ ਨਹੀਂ ਪੜ੍ਹੀ ਜਾਣੀ, ਟੀ ਵੀ ਨਹੀਂ ਦੇਖੀ ਜਾਣਾ, ਵੱਧ ਤੋਂ ਵੱਧ ਭਜਨ ਬੰਦਗੀ ਕਿ ਜੀਵਨ ਲੇਖੇ ਲਾਉਣਾ। ਅਖਬਾਰ ਠੀਕ ਹੈ, ਹੈਡਿੰਗ ਜੀ 5-10 ਮਿੰਟਾਂ 'ਚ ਵੇਖ ਲਿਓ, ਹੋਰ ਉਹਦੇ ਕੀ ਹੈ, ਚਾਹੇ 5 ਰੁਪਏ ਪੂਰੇ ਹੋ ਗਏ, ਚਲੋ ਡਸਟਬਿਨ ਚਲੋ। ਸੋ ਗੁਰੂ ਮਹਾਰਾਜ ਕਹਿੰਦੇ ਮਨਮੁਖੀ ਮਤ ਕੂੜ ਵਿਆਪੀ, ਬਿਨ ਸਿਮਰਨ ਪਾਪ ਸੰਤਾਪ, ਬਿਨ ਹਰ ਸਿਮਰਨ ਪਾਪ ਸੰਤਾਪੇ। ਮਨਮੁਖ ਦੀ ਮਤ ਇਸ ਕੂੜ ਮਾਇਆ ਦੇ ਵਿੱਚ ਲੱਗੀ ਹੋਈ ਹੈ, ਉਹ ਹਰੀ ਦਾ ਸਿਮਰਨ ਕਰਦੀ ਨਹੀਂ, ਇਸ ਲਈ ਪਾਪ ਫਿਰ ਪਾਪ ਕਰਦੀ ਹੈ, ਫਿਰ ਦੁੱਖ ਭੋਗਦੀ, ਸੰਤਾਪੇ ਦੁੱਖ ਭੋਗਦੀ। ਦੁਰਮਤ ਤਿਆਗ ਲਾਹਾ ਕਿਛ ਲੇਵੋ, ਹੇ ਭਾਈ ਭੈੜੀ ਮਤ ਛੱਡੋ ਅਤੇ ਪਰਮਾਤਮਾ ਦੇ ਨਾਮ ਜਪਣ ਦਾ ਲਾਹਾ ਲਓ। ਜੋ ਉਪਜੈ ਸੋ ਅਲਖ ਅਭੇਵ, ਜਿਹੜਾ ਵੀ ਪੈਦਾ ਹੋਇਆ ਉਸ ਨੂੰ ਉਹ ਪਰਮਾਤਮਾ ਜੋ ਅਲਖ ਹੈ, ਅਭੇਵ ਜਿਹਦਾ ਭੇਦ ਨਹੀਂ ਪਾਇਆ ਜਾ ਸਕਦਾ, ਅਲਖ ਜਿਹਨੂੰ ਸਮਝਿਆ ਨਹੀਂ ਜਾ ਸਕਦਾ, ਜਿਹਦਾ ਭੇਦ ਨਹੀਂ ਪਾਇਆ ਜਾਂਦਾ, ਇਹ ਸਾਰੇ ਉਸੇ ਤੋਂ ਹੀ ਪੈਦਾ ਹੋਏ ਹਨ। ਐਸਾ ਹਮਰਾ ਸਖਾ ਸਹਾਈ, ਗੁਰ ਹਰ ਮਿਲਿਆ ਭਗਤ ਦ੍ਰਿੜਾਈ। ਕਹਿੰਦਾ ਪਰਮਾਤਮਾ ਸਾਡਾ ਐਸਾ ਸਖਾ ਹੈ, ਮਿੱਤਰ ਹੈ, ਸਹਾਈ ਹੈ। ਜਦੋਂ ਗੁਰੂ ਦਾ ਨਾਲ ਮੇਲ ਹੋਇਆ, ਗੁਰੂ ਨੇ ਹਰੀ ਦੀ ਭਗਤੀ ਦ੍ਰਿੜ ਕਰਾਤੀ। ਗੁਰ ਹਰ ਮਿਲਿਆ ਭਗਤ ਦ੍ਰਿੜਾਈ, ਜਦੋਂ ਗੁਰੂ ਮਿਲਿਆ ਉਸਨੇ ਹਰੀ ਦੀ ਭਗਤੀ ਸਾਡੇ ਅੰਦਰ ਦ੍ਰਿੜ ਕਰਾਤੀ। ਭਾਈ ਭਜਨ ਬੰਦਗੀ ਕਰਿਆ ਕਰੋ, ਭਜਨ ਬੰਦਗੀ ਕਰਿਆ ਕਰੋ। ਗੁਰੂ ਦੀ ਗੱਲ ਦਾ ਕਿਹਾ ਜ਼ਿਆਦਾ ਅਸਰ ਹੁੰਦਾ ਹੈ, ਦੂਜੇ ਨੰਬਰ 'ਤੇ ਸੰਤਾਂ ਮਹਾਤਮਾ ਦਾ ਹੁੰਦਾ ਹੈ। ਸੰਤਾਂ ਮਹਾਤਮਾ ਨਾਲੋਂ ਵੀ ਗੁਰੂ ਦੀ ਗੱਲ ਦਾ ਜ਼ਿਆਦਾ ਮਨੁੱਖ 'ਤੇ ਅਸਰ ਹੁੰਦਾ ਹੈ, ਕਿਉਂਕਿ ਉਹ ਉਦੋਂ ਵੀ ਵੱਡੇ ਨੇ, ਵੱਡਿਆਂ ਦੀ ਗੱਲ ਦਾ ਫਿਰ ਜ਼ਿਆਦਾ ਅਸਰ ਹੁੰਦਾ ਹੈ। ਵੱਡੇ ਮਹਾਂਪੁਰਸ਼ ਜੋ ਸਟੇਜ 'ਤੇ ਲੱਗਦੇ ਨੇ, ਸਾਰੇ ਚੁੱਪ ਕਰਕੇ ਬੈਠ ਜਾਂਦੇ ਨੇ, ਧਿਆਨ ਨਾਲ ਸੁਣਦੇ। ਕੋਈ ਛੋਟਾ ਲਾ ਦਿੰਦੇ ਨੇ, ਵਿੱਚ ਗੱਲਾਂ ਮਾਰੀ ਜਾਂਦੇ ਨੇ। ਜਿਉਂ ਹੀ ਵੱਡੇ ਆ ਕੇ ਬਹਿੰਦੇ ਨੇ ਬਾਜੇ 'ਤੇ, ਐਨ ਸਨਾਟਾ ਛਾ ਜਾਂਦਾ ਹੈ। ਕਿਉਂ? ਹੁਣ ਦੀ ਕਮਾਈ ਜ਼ਿਆਦਾ ਹੁੰਦੀ ਹੈ, ਹੁਣ ਦੀ ਕਮਾਈ ਇੰਨੀ ਹੁੰਦੀ ਹੈ, ਕਈ ਵਾਰੀ ਨਿਗਾਹ ਭਰ ਕੇ ਪੰਡਾਲ 'ਚ ਵੇਖਦੇ ਨੇ, ਬਸ ਨਾਲ ਦੀ ਨਾਲ ਸਭ ਗੱਲਾਂ ਬਾਤਾਂ ਬੰਦ ਕਰ ਦਿੰਦੇ ਨੇ। ਹੁਣ ਨਿਗਾਹ ਦੇ ਵਿੱਚ ਹੀ ਇੰਨੀ ਤਾਕਤ ਹੁੰਦੀ, ਜਿੰਨੀ ਕਮਾਈ ਓਨੀ ਨਿਗਾਹ ਦੇ ਵਿੱਚ ਤਾਕਤ ਹੋਵੇਗੀ। ਜਦੋਂ ਗੁਰੂ ਨਾਨਕ ਦੇਵ ਜੀ ਗਏ ਸੰਗਲਾ ਦੀਪ ਰਾਜਾ ਸ਼ਿਵ ਨਾਭ ਨੂੰ ਮਿਲਣ, ਉਹ ਜਿਹੜਾ ਬਹੁਤ ਸਾਰੇ ਸਾਧੂ ਨੇ ਠੱਗੀ ਕੀਤੀ, ਆ ਕੇ ਕਹਿ ਦਿਆ ਕਰ ਮੈਂ ਗੁਰੂ ਨਾਨਕ ਹਾਂ। ਵੀਰ ਕਿਹੜਾ ਵੇਖਿਆ, ਅੱਗੋਂ ਉਹ ਵੀ ਰਾਜਾ ਸੀ, ਉਹਨੇ ਬਹੁਤ ਸੁੰਦਰ ਬੀਬੀਆਂ ਰੱਖੀਆਂ ਹੋਈਆਂ ਸਨ, ਉਹਨਾਂ ਨੂੰ ਪਹਿਲਾਂ ਭੇਜਦਾ ਸੀ, ਜਾਇਓ ਜਰਾ ਕਰਿਓ ਹਾਵ ਭਾਵ। ਜੇ ਤਾਂ ਗੁਰੂ ਨਾਨਕ ਹੈ ਫਿਰ ਤਾਂ ਡੋਲੇਗਾ ਨਹੀਂ, ਜੇ ਕੋਈ ਹੋਰ ਹੈ ਫਿਰ ਡੋਲ ਜਾਏਗਾ। ਸਾਰੇ ਡੋਲ ਜਾਂਦੇ ਸੀ। ਜਦੋਂ ਪਤਾ ਲੱਗਿਆ, ਮਾਲੀ ਨੇ ਕਿਹਾ ਵੀ ਬਾਗ ਹਰਾ ਭਰਾ ਹੋ ਗਿਆ, ਵੀ ਸ਼ਾਇਦ ਗੁਰੂ ਨਾਨਕ ਦੇਵ ਜੀ ਆ ਗਏ, ਉਹਨੇ ਉਹੀ ਬੀਬੀਆਂ ਭੇਜਤੀ। ਗੁਰੂ ਨਾਨਕ ਦੇ ਦੂਰੋਂ ਦੇਖਿਆ ਵੀ ਇਹਨਾਂ ਦਾ ਨਾ ਭਾਵਨਾ ਚੰਗੀ ਨਹੀਂ ਇਹਨਾਂ ਬੀਬੀਆਂ ਦੀ। ਜਦੋਂ ਨੇੜੇ ਆਈਆਂ ਨਾ, ਉਹਨਾਂ ਨਿਗਾਹ ਨਾਲ ਤੱਕਿਆ, ਬਹਿ ਗਈਆਂ, ਸਮਾਧੀ ਲੱਗ ਗਈ ਉੱਥੇ, ਅੱਖਾਂ ਬੰਦ ਕਰ ਲਈਆਂ ਬੀਬੀਆਂ ਨੇ, ਸਮਾਧੀ ਲੱਗ ਗਈ। ਘੰਟਾ ਬੈਠੀਆਂ ਨੇ, ਰਾਜਾ ਉਡੀਕ ਰਿਹਾ, ਪਹਿਲਾਂ ਛੇਤੀ ਆ ਜਾ, ਅੱਜ ਆਈਆਂ ਨਹੀਂ ਹੈਗੀਆਂ। ਮੈਨੂੰ ਤੇ 2 ਹੋਰ ਮੰਤਰੀ ਸਾਨੂੰ ਭੇਜਿਆ ਵੀ ਜਾ ਕੇ ਦੇਖੋ ਤਾਂ ਸਹੀ। ਅਸੀਂ ਰਾਜੇ ਨੂੰ ਆ ਕਿਹਾ ਵੀ ਇਹ ਤਾਂ ਗੁਰੂ ਨਾਨਕ ਆ ਗਏ ਨੇ, ਉਹ ਤਾਂ ਸਾਰੀਆਂ ਸਮਾਧੀ ਸਥਿਤ ਕਰਦੀਆਂ। ਫਿਰ ਰਾਜਾ ਆਇਆ ਚੱਲ ਕੇ, ਫਿਰ ਗੁਰੂ ਮਹਾਰਾਜ ਵਿਚਾਰ ਵਟਾਂਦਰਾ ਉਹਨਾਂ ਦਾ ਕਾਫੀ ਦੇਰ ਹੋਇਆ। ਫਿਰ ਰਾਜੇ ਨੇ ਬੇਨਤੀ ਕੀਤੀ, ਚਲੋ ਘਰ ਚਰਨ ਪਾਓ। ਫਿਰ ਆਲੇ ਦੇ 18 ਉੱਥੇ ਹੋਰ ਸਨ ਦੀਪ,
ਸਮੁੰਦਰ ਦੇ ਵਿੱਚ ਜਿਹੜੇ ਛੋਟੇ ਛੋਟੇ ਦੇਸ਼ ਹੁੰਦੇ ਉਹਨਾਂ ਨੂੰ ਦੀਪ ਕਹਿੰਦੇ, ਆਈਲੈਂਡ ਜਿਹਨੂੰ ਇੰਗਲਿਸ਼ ਕਹਿੰਦੇ ਨੇ, ਉਹ 18 ਨੇ ਉੱਥੇ ਦੀਪ। ਫਿਰ ਗੁਰੂ ਨਾਨਕ ਦੇਵ ਜੀ ਵਾਪਸ ਸ਼ਾਮ ਨੂੰ ਰਾਜੇ ਕੋਲੇ, ਅੱਜ ਸੰਘ ਦੇ ਕੋਲੇ, ਰਾਜਾ ਸ਼ਿਵਨਾਭ ਕੋਲੇ, ਜਿਹੜੇ ਉਹਨਾਂ ਦੀਪਾਂ ਜਾ ਕੇ ਪ੍ਰਚਾਰ ਕਰਦੇ ਰਹਿੰਦੇ ਸਨ। 18 ਦਿਨ ਗੁਰੂ ਮਹਾਰਾਜ ਉੱਥੇ ਰਹੇ ਸਨ। ਸਾਡੀ ਗੁੱਡ ਲੱਗ ਕੇ ਸਾਡੀ ਡਿਊਟੀ ਲੱਗੀ ਸੀ ਉਹਨਾਂ ਦੀ ਸੇਵਾ ਕਰਨ ਦੀ। ਉਦੋਂ ਪਹਿਲੀ ਵਾਰੀ ਫਿਰ ਮੈਂ ਜਿਹੜਾ ਹੈ, ਕਿਉਂਕਿ ਰਾਜਾ ਗੁਰੂ ਦਾ ਸਿੱਖ ਹੋ ਗਿਆ, ਫਿਰ ਅਸੀਂ ਤਾਂ ਹੋਣਾ ਹੀ ਹੋਣਾ ਸੀ। ਅੱਗੇ ਫਿਰ ਚੱਲ ਪਿਆ, ਹੌਲੀ ਹੌਲੀ ਚੱਲਦਾ 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 ਫਿਰ 10ਵੇਂ ਪਾਤਸ਼ਾਹ ਤੱਕ ਆ ਗਏ। ਫਿਰ ਜਿਹੜਾ ਹੈ ਉਹ ਉੱਥੇ ਫਿਰ ਅੰਮ੍ਰਿਤ ਛਕ ਲਿਆ, ਫਿਰ ਹੌਲੀ ਚੱਲੀ ਗਏ ਅੱਗੇ ਅੱਗੇ। ਸੋ ਗੁਰੂ ਮਹਾਰਾਜ ਕਹਿੰਦੇ, ਐਸਾ ਹਮਰਾ ਸਖਾ ਸਹਾਈ, ਗੁਰ ਹਰ ਮਿਲਿਆ ਭਗਤ ਦ੍ਰਿੜਾਈ। ਸਗਲੀ ਪੁਰਾਣੇ ਜ਼ਮਾਨੇ 'ਚ ਲੱਲੇ ਤੋਂ ਬਿਹਾਰੀ ਤੋਂ ਪਹਿਲਾਂ ਬਿੰਦੀ ਲੱਗਦੀ ਹੁੰਦੀ ਸੀ। ਦੇਖੋ ਪਹਿਲਾਂ ਲੱਗੀ ਹੋਈ ਹੈ ਨਾ। ਅੱਜ ਕੱਲ੍ਹ ਬਿਹਾਰੀ ਤੋਂ ਬਾਅਦ ਬਿੰਦੀ ਲੱਗਦੀ ਹੈ। ਸਗਲੀ ਇਹਨੂੰ ਮਗਰਲੇ ਪਾਸੇ ਬੋਲਣਾ। ਸਗਲੀ ਸੌਦੀ ਟੋਟਾ ਆਵੇ। ਹੋਰ ਜਿੰਨੇ ਵੀ ਸੌਦੇ ਨੇ, ਜਿੰਨੇ ਵੀ ਹੋਰ ਕੰਮ ਨੇ, ਇਹ ਘਾਟੇ ਬੰਦੇ ਨੇ, ਇਹ ਘਾਟੇ ਬੰਦੇ ਨੇ। ਨਾਨਕ ਰਾਮ ਨਾਮ ਮਨ ਭਾਵੈ। ਪਰਮਾਤਮਾ ਜਿਹੜਾ ਨਾਮ ਹੈ ਨਾ, ਇਹ ਮਨ ਨੂੰ ਚੰਗਾ ਲੱਗਣਾ ਚਾਹੀਦਾ। ਹੋਰ ਕੰਮਾਂ 'ਚ ਕਹਿੰਦੇ ਘਾਟਾ ਹੀ ਘਾਟਾ। ਆਸਾ ਮਹਿਲਾ ਪਹਿਲਾ ਚੌਪ ਦੇ 4। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਇੱਕ ਹੁੰਦਾ ਵਾਹਵੇ ਰੁਸਿਆਰੀ, ਵਿਚਾਰਾ ਆਪਾਂ ਕਰੇ ਤਾਂ ਵਿਚਾਰਾ ਹੈ ਜੀ, ਛੱਡੋ ਜੀ ਇਹਨੂੰ। ਵਾਹਵੇ ਨੂੰ ਬਿਹਾਰੀ ਹੈ, ਵਿਚਾਰੀ। ਜਿਵੇਂ ਮੈਂ ਕੱਲ੍ਹ ਪਰਸੋਂ ਦੱਸਿਆ ਸੀ ਵੀ 5 ਪਾਂਡਵ ਚਲੇ ਗਏ ਗੁਰੂ ਕੋਲੇ ਪੜ੍ਹਨ, ਅਤੇ ਗੁਰੂ ਨੇ ਪਹਿਲਾ ਲੈਸਨ ਪੜ੍ਹਾਇਆ, ਕ੍ਰੋਧ ਵਿੱਚ ਨਾ ਆਓ। ਧਿਆਨ ਦੇਣਾ। ਹੁਣ ਦੂਜਾ ਭਰਾਵਾਂ ਨੇ ਰੱਟਾ ਲਾ ਲਿਆ। ਵੱਡੇ ਨੇ ਰੱਟਾ ਨੇ ਆਉਂਦਾ ਤੇ ਸੀ, ਕ੍ਰੋਧ 'ਚ ਨਾ ਆਓ। ਟੀਚਰ ਕਹਿੰਦਾ ਸੁਣਾਓ ਬਈ। ਵੱਡਾ ਕਹਿੰਦਾ ਜੀ ਮੈਨੂੰ ਤਾਂ ਜੇ ਯਾਦ ਨਹੀਂ ਹੋਇਆ। ਯੁਧਿਸ਼ਠਰ ਮੈਨੂੰ ਤਾਂ ਯਾਦ ਨਹੀਂ। ਟੀਚਰ ਗੁੱਸੇ 'ਚ ਆਇਆ, ਝਿੜ ਗਿਆ, ਤੂੰ ਵੱਡਾ ਆ ਛੋਟੇ ਨੂੰ ਸੁਣਾਤਾ, ਤੂੰ ਕਹਿੰਦਾ ਮੈਨੂੰ ਯਾਦ ਨਹੀਂ ਹੋਇਆ। ਕੱਲ੍ਹ ਯਾਦ ਕਰਕੇ ਆਈ। ਅਗਲੇ ਦਿਨ ਫਿਰ ਦੂਜਾ ਸੁਣਾਤਾ, ਉਹ ਕਹਿੰਦਾ ਨਾ ਜੀ ਮੈਨੂੰ ਤਾਂ ਯਾਦ ਨਹੀਂ ਹੋਇਆ। ਤੀਜੇ ਦਿਨ ਵੀ ਕਹਿੰਦਾ ਮੈਨੂੰ ਯਾਦ ਨਹੀਂ ਹੋਇਆ। ਟੀਚਰ ਨੂੰ ਚੜ੍ਹਿਆ ਗੁੱਸਾ, 2-3 ਰਖੜੇ ਮਾਰੇ। ਕਹਿੰਦਾ ਯਾਦ ਨਹੀਂ ਹੋਇਆ ਤਾਂ ਬੱਚਾ ਕਹਿ ਜੀ ਹੁਣ ਯਾਦ ਹੋ ਗਏ। ਕਹਿੰਦਾ ਜੀ ਕੁੱਟ ਖਾ ਕੇ ਹੋਇਆ? ਕਹਿੰਦੇ ਨਹੀਂ ਜੀ, ਤੁਸੀਂ ਕਿਹਾ ਸੀ ਕ੍ਰੋਧ ਵਿੱਚ ਨਾ ਆਓ। ਤੁਸੀਂ ਤਾਂ ਕ੍ਰੋਧ 'ਚ ਆ ਗਏ, ਮੈਂ ਕੁੱਟ ਖਾ ਕੇ ਕ੍ਰੋਧ 'ਚ ਨਹੀਂ ਆਇਆ, ਬਸ ਅੱਜ ਮੈਨੂੰ ਯਾਦ ਹੋ ਗਏ। ਇਹਨੂੰ ਕਹਿੰਦੇ ਵਿਚਾਰੀ। ਇਹ ਹੈ ਵਿਦਿਆ ਵਿਚਾਰੀ। ਬਾਣੀ ਪੜ੍ਹੀ ਅਤੇ ਫਿਰ ਇਸ 'ਤੇ ਅਮਲ ਕੀਤਾ, ਇਹ ਵਿਚਾਰਨਾ ਹੈ। ਪੜ੍ਹੀ ਜਾਣਾ ਹੋਰ ਗੱਲ ਹੈ, ਵਿਚਾਰਦੇ ਨਹੀਂ ਅਸੀਂ। ਨਾ ਵਿਚਾਰਨ ਕਰਕੇ ਅਸੀਂ ਅਮਲ ਨਹੀਂ ਕਰਦੇ। ਵਿਦਿਆ ਵਿਚਾਰੀ, ਜਿਸ ਨੇ ਵਿਦਿਆ ਵਿਚਾਰੀ ਹੈ ਨਾ, ਪਰਉਪਕਾਰੀ, ਉਹ ਤਾਂ ਪਰਉਪਕਾਰੀ ਹੋ ਗਿਆ, ਉਹ ਤਾਂ ਭਲਾ ਕਰੇਗਾ। ਕਿਉਂਕਿ ਕੁਛ ਵੀ ਤੁਸੀਂ ਪੜ੍ਹੋ, ਉਹ 'ਚ ਕੁਝ ਮਾੜਾ ਕਰਨ ਨੂੰ ਨਹੀਂ ਕਿਹਾ ਹੁੰਦਾ, ਚੰਗਾ ਕਰਨ ਨੂੰ ਕਿਹਾ ਹੁੰਦਾ। ਸੋ ਜੇ ਪੜ੍ਹਿਆ ਹੈ ਉਸ ਨੂੰ ਵਿਚਾਰਨਾ ਹੈ ਵੀ ਕੀ ਕਿਹਾ ਇਹਦੇ 'ਚ। ਫਿਰ ਬਹੁਤਾ ਪੜ੍ਹਨ ਦੀ ਲੋੜ ਵੀ ਨਹੀਂ ਪੈਂਦੀ। ਜਦੋਂ ਅਸੀਂ ਵਿਚਾਰ ਕਰਨ ਲੱਗ ਜਾਏ ਨਾ, ਫਿਰ ਥੋੜ੍ਹਾ ਜਿਹਾ ਪੜ੍ਹਨ ਨਾਲ ਹੀ ਸਰ ਜਾਏਗਾ, ਸਾਰੀ ਗੱਲਾਂ ਤਾਂ ਉਸ 'ਚ ਆ ਜਾਂਦੀਆਂ। ਕੀ ਬਾਕੀ ਤਾਂ ਰੈਪੀਟੇਸ਼ਨ ਹੁੰਦੀ। ਰੈਪੀਟੇਸ਼ਨ ਇਸ ਲਈ ਹੁੰਦੀ ਹੈ ਕਿ ਤਾਂ ਜੋ ਸਾਨੂੰ ਗੱਲ ਹੋਰ ਪੱਕੀ ਹੋ ਜਾਏ। ਪਹਿਲੇ ਗੁਰੂ ਨੇ ਵੀ ਉਹੀ ਕਿਹਾ, ਦੂਜੇ ਨੇ ਵੀ ਉਹੀ ਕਿਹਾ, ਤੀਜੇ ਨੇ ਵੀ ਉਹੀ ਕਿਹਾ, ਚੌਥੇ ਨੇ ਵੀ ਕਿਹਾ, ਪੰਜਵੇਂ ਨੇ, 9ਵੇਂ ਨੇ ਕਿ ਭਗਤਾਂ ਨੇ ਕਿ ਵੀ ਕਦੇ ਤਾਂ ਇਹਨੂੰ ਗੱਲ ਪੱਕੀ ਹੋਵੇ, ਇਹਦੇ ਦਿਮਾਗ 'ਚ ਬੈਠੇ ਕਿ ਹਾਂ ਸ਼ੁਭ ਕਰਮ ਕਰਨੇ ਚਾਹੀਦੇ ਨੇ, ਨਾਮ ਜਪਣਾ ਚਾਹੀਦਾ। ਮੈਂ ਤਾਂ ਆਈ ਇਸ ਕੰਮ ਲਈ। ਜਦੋਂ ਦਿਮਾਗ 'ਚ ਬਹਿ ਜਾਏਗੀ, ਜਿਵੇਂ ਕਬੀਰ ਸਾਹਿਬ ਕਹਿੰਦੇ, ਕਬੀਰ ਸੂਤਾ ਕਿਆ ਕਰੇ, ਉੱਠ ਗਈ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋੜ ਪਸਾਰ। ਦੁਪਹਿਰੇ ਕਈ ਦਿਨ ਦੀ ਗੱਲ ਹੈ, ਐਵੇਂ ਲੰਮੀਆਂ ਲੱਤਾਂ ਕਰਕੇ ਵੀ ਲੇਟਿਆ ਹੋਇਆ, ਵੈਗਰ ਵੈਗਰ ਕਰਨਾ ਭੁੱਲ ਗਿਆ। ਇੱਕਦਮ ਕਬੀਰ ਸਾਹਿਬ ਦੀ ਲਾਈਨ ਯਾਦ ਆ ਗਈ,
कबीर सूता क्या करे, उठ की न जपे मुरार, एक दिन सोवन होएगा लांबे गोड़ पसार। सब तो पहले मैं लत्तां कट्ठियां कीतियां ते वैगरू करना शुरू कर दो। क्यों? दिमाग 'च बह गई गल। ये तो सौण थोड़े तू आया, लापरवाही करन थोड़ा ही आया, तू तो नाम जपना है। उठ नाम जप। इसलिए भावें लेटे लेटे करो, जपी जाओ जिन्ना भी समा मिले। अगे कहते विद्या विचारी त परोपकारी, ਜਾਂ ਪੰਚ ਰਾਸੀ ਤਾਂ ਤੀਰਥ ਵਾਸੀ। ਤੀਰਥਾਂ ਦੇ ਵਸਣ ਦਾ ਤਾਂ ਹੀ ਫਾਇਦਾ ਹੈ ਜੇ ਪੰਜਾਂ ਕਾਮ ਕ੍ਰੋਧ ਲੋਭ ਹੰਕਾਰ ਨੂੰ ਤੁਸੀਂ ਰਾਸ ਕਰ ਲਿਆ, ਆਪਣੇ ਕੰਟਰੋਲ 'ਚ ਕਰ ਲਿਆ। ਜੇ ਤੇ ਪੰਜੇ ਹੋ ਗਏ ਕੰਟਰੋਲ ਦੇ, ਸਮਝੋ ਤੁਸੀਂ ਤੀਰਥਾਂ ਦੇ ਵਸਣ ਵਾਲੇ ਹੋ ਗਏ। ਤੇ ਨਹੀਂ ਤੇ ਐਵੇਂ ਹੀ ਹੈ, ਫਿਰ ਕਦੋਂ ਉੱਥੇ ਬਾਹਰ ਜਾ ਕੇ ਤੀਰਥਾਂ ਦੇ ਕੀ ਕਰੋਗੇ। ਘੁੰਗਰੂ ਵਾਜੈ ਜੇ ਮਨ ਲੱਗ। ਕਈ ਲੋਕ ਨਾ ਘੁੰਗਰੂ ਵਜਾ ਕੇ ਹੋਰ ਚੀਜ਼ਾਂ ਵਜਾ ਕੇ ਨੱਚਦੇ ਨੇ, ਆਪਣਾ ਆਪਣਾ ਢੰਗ ਹੈ। ਜਿਵੇਂ ਹਿੰਦੂ ਵੀਰ ਜਦੋਂ ਗਾਉਂਦੇ ਨੇ ਧਾਰਮਿਕ ਗੀਤ ਨਾਲ ਨੱਚਦੇ ਨੇ, ਆਪਣਾ ਆਪਣਾ ਤਰੀਕਾ ਹੈ। ਅਸੀਂ ਇਹ ਨਹੀਂ ਕਹਿੰਦੇ ਉਹ ਗਲਤ ਕਰਦੇ ਨੇ, ਉਹਨਾਂ ਦਾ ਆਪਣਾ ਆਪਣੇ ਧਰਮ ਦੇ ਅਨੁਸਾਰ ਉਹ ਤਰੀਕਾ। ਜਿਵੇਂ ਉਹ ਫਿਲਮੀ ਗੀਤਾਂ 'ਤੇ ਆਪਣੇ ਗਾਉਂਦੇ ਨੇ ਉਹ, ਹਾਂ, ਜੋ ਵੀ ਉਹਨਾਂ ਦੇ ਭੇਟਾਵਾਂ ਨੇ, ਜੋ ਵੀ ਉਹਨਾਂ ਦੀ ਭਜਨ ਬੰਦਗੀ ਕਰਦੇ ਨੇ, ਉਹ ਫਿਲਮੀ ਗੀਤਾਂ ਦੀ ਤਰ੍ਹਾਂ 'ਤੇ ਕਰਦੇ ਨੇ। ਆਪਣੇ ਫਿਲਮੀ ਗੀਤਾਂ ਦੀ ਤਰ੍ਹਾਂ 'ਤੇ ਨਹੀਂ ਕਰਦੇ ਵੀ ਇਹ ਤਾਂ ਇਹਨਾਂ ਧਿਆਨ 'ਤੇ ਉਹ ਗੀਤ ਵੱਲ ਚਲੇ ਜਾਣਾ ਹੈ। ਕੀਰਤਨ ਇਹਨਾਂ ਕੀ ਸੁਣਨਾ, ਧਿਆਨ 'ਤੇ ਗੀਤ ਵੱਲ ਚਲੇ ਜਾਣਾ। ਇਸ ਕਰਕੇ ਸਿੱਖ ਧਰਮ 'ਚ ਗੀਤਾਂ ਦੇ ਅਨੁਸਾਰ ਕੀਰਤਨ ਨਹੀਂ ਕੀਤਾ ਜਾਂਦਾ, ਉਹਨਾਂ ਤਰ੍ਹਾਂ 'ਤੇ ਨਹੀਂ ਕੀਤਾ ਜਾਂਦਾ। ਕਹੇ ਜੇ ਮਨ ਲੱਗ, ਜੇ ਤੇ ਮਨ ਪਰਮਾਤਮਾ 'ਚ ਲੱਗ ਗਿਆ ਫਿਰ ਤੇ ਘੁੰਗਰੂ ਵਜਾਓ, ਤੇ ਨਹੀਂ ਤੇ ਘੁੰਗਰੂ ਵਜਾ ਕੇ ਕਹਿੰਦੇ ਕੀ ਕਰੋਗੇ, ਮਨ ਹੀ ਨਹੀਂ ਲੱਗਾ। ਜੋ ਤੁਮ ਤੋ ਜਮ ਕਹ ਕਰੇ ਮੋਹ ਸਿਉ ਅਗ। ਇਹ ਪੜ੍ਹਨਾ ਕਹਾ। ਕਹਾਂ ਦੇ ਦੋ ਅਰਥ ਹੁੰਦੇ ਨੇ। ਕਹਾਂ ਮੈਨੇ ਕਿੱਥੇ, ਆਪ ਜੀ ਕਹਾਂ ਜਾ ਰਹੇ ਹੋ, ਕਹਾਂ ਸੇ ਆ ਰਹੇ ਹੋ। ਦੂਜਾ ਕੁਦਰਤ ਕਵਨ ਕਹਾਂ ਵਿਚਾਰ, ਦੂਜਾ ਦਾ ਆਖਾਂ। ਇੱਕ ਹੈ ਕਹਾਂ ਕਿੱਥੇ, ਇੱਕ ਹੈ ਆਖਾਂ। ਕਹਾਂ ਦੇ ਦੋ ਅਰਥ ਨੇ। ਕਹਾ ਦਾ ਹੁੰਦਾ ਉਸਨੇ ਕਹਾ, ਹੀ ਸੈਡ, ਉਸਨੇ ਕਿਹਾ। ਇੱਕ ਤਾਂ ਕਹਾ ਦਾ ਅਰਥ ਕਿਹਾ। ਦੂਜਾ ਹੁੰਦਾ ਕੀ, ਕਿਉਂ, ਕਿਵੇਂ। ਦੂਸਰਾ ਅਰਥ ਕਹਾ ਦਾ ਤਾਂ ਕੀ, ਕਿਉਂ, ਕਿਵੇਂ ਤੇ ਕਿਹਾ। ਕਹਾ ਦੇ ਚਾਰ ਅਰਥ ਨੇ, ਕਹਾਂ ਦੇ ਦੋ ਅਰਥ ਨੇ। ਜੇ ਕਹਾਂ ਬੋਲੋਗੇ ਤਾਂ ਹੁੰਦਾ ਕਿੱਥੇ, ਤੇ ਦੂਜਾ ਹੁੰਦਾ ਆਖਾਂ। ਜੇ ਕਹਾ ਪੜੋਗੇ ਤਾਂ ਹੁੰਦਾ ਕਿਹਾ, ਕੀ, ਕਿਉਂ, ਕਿਵੇਂ, ਇਹ ਅਰਥ ਨੇ। ਫਿਰ ਆਪਾਂ ਅਰਥਾਂ ਦੇ ਸਮੇਤ ਉਹਦਾ ਉਚਾਰਨ ਕਰਨਾ। ਤੋ ਜਮ ਕਹਾ ਕਰੇ ਮੋਹ ਸਿਉ ਅੱਗੇ। ਅੱਗੇ ਜਾ ਕੇ ਜਮਦੂਤ ਮੇਰਾ ਕੀ ਕਰ ਸਕਦਾ ਹੈ। ਜਦੋਂ ਕਹਿੰਦੇ ਮੈਂ ਨਾਮ ਜਪਾਂਗਾ, ਫਿਰ ਜਮਦੂਤ ਮੇਰਾ ਕੀ ਕਰ ਲਏਗਾ। ਨਾਮ ਜਪਣ ਵਾਲੇ ਦੇ ਜਮਦੂਤ ਨੇੜੇ ਹੀ ਨਹੀਂ ਹੁੰਦੇ। ਨਾਮ ਜਪਣ ਵਾਲੇ ਦਾ ਤਪ ਤੇਜ ਇੰਨਾ ਹੁੰਦਾ ਹੈ ਕਿ ਅਗਰ ਧਰਮਰਾਜ ਗਲਤੀ ਨਾਲ ਭੇਜ ਵੀ ਦੇਵੇ ਜਮਾਂ ਨੂੰ ਵੀ ਫਲਾਣੇ ਨੂੰ ਲੈ ਕੇ ਆਓ, ਜਦੋਂ ਉਹ ਨੇੜੇ ਆਉਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਇਹ ਨਾਮ ਜਪਣ ਵਾਲਾ ਹੈ। ਉਹਨੂੰ ਕੁਛ ਨਹੀਂ ਕਹਿੰਦੇ, ਉਹਦੀ ਰੂਹ ਲੈ ਜਾਂਦੇ ਨੇ ਵਿੱਚੋਂ, ਪਰ ਰਾਹ 'ਚ ਕੁਛ ਨਹੀਂ ਕਹਿੰਦੇ। ਜਿਹੜੇ ਨਾਮ ਨਹੀਂ ਜਪਦੇ ਪੁੱਠੇ ਕੰਮ ਕਰਦੇ ਨੇ, ਉਹ ਹੁਣ ਜਿਹੜੇ ਸੰਮਣ ਲੈ ਕੇ ਆਉਂਦੇ ਨਾ, ਜਿਵੇਂ ਪੁਲਿਸ ਵਾਲੇ ਸੰਮਣ ਲੈ ਕੇ ਆਉਂਦੇ ਨੇ, ਹਾਂਜੀ ਕਈਆਂ ਨੂੰ ਤਾਂ ਆ ਕੇ ਸੁਨੇਹਾ ਦੇ, ਤੁਹਾਨੂੰ ਜੀ ਬੁਲਾਇਆ ਥਾਣੇ ਜੀ, ਇੰਨੇ ਵਜੇ ਆ ਜਾਓ ਜੀ, ਸੁਨੇਹਾ ਦੇ ਕੇ ਚਲੇ ਜਾਂਦੇ। ਕਈਆਂ ਨੂੰ ਹੁੰਦਾ ਸਾਡੇ ਨਾਲ ਚੱਲੋ ਜੀ, ਕਈਆਂ ਨੂੰ ਹੁੰਦਾ ਚੱਕ ਲਿਓ ਜੀ, ਹਾਲੇ ਕੱਪੜੇ ਵੀ ਨਹੀਂ ਪਾਉਣ ਦਿੰਦੇ। ਕਸ਼ਹਿਰੇ ਬਣਾ ਚੱਲ, ਧੂਇਆ ਗੱਡੀ 'ਚ ਬਿਠਾਇਆ, ਚੱਲ ਬਈ ਕਰਦੇ ਜੀ ਦੱਸਦੇ ਵੀ ਕਿੱਥੇ ਲੈ ਕੇ ਚੱਲੇ। ਜਮਦੂਤ ਵੀ ਨਹੀਂ ਦੱਸਦੇ ਕਿੱਥੇ ਲੈ ਕੇ ਚੱਲੇ। ਕਹਿੰਦੇ ਜਮਦੂਤ ਮੇਰਾ ਕੀ ਕਰ ਲਏਗਾ, ਅੱਗੇ ਜਾ ਕੇ ਮੇਰਾ ਕੀ ਕਰ ਲਏਗਾ, ਮੇਰਾ ਕੁਛ ਨਹੀਂ ਕਰ ਸਕਦਾ। ਆਸ ਨਿਰਾਸੀ ਤਉ ਸੰਨਿਆਸੀ। ਆਸ ਨਿਰਾਸੀ, ਜਦੋਂ ਕੋਈ ਮਨੁੱਖ ਇੱਛਾ ਛੱਡ ਦੇਵੇ, ਇੱਛਾ ਰਹਿਤ ਹੋ ਜਾਏ ਤਾਂ ਸੰਨਿਆਸੀ ਹੈ।
ਨਿਤ ਜੋਗੀ ਰੰਗ ਦੇ ਨਿਰੇ ਕੱਪੜੇ ਪਾਉਣ ਨਾਲ ਕੋਈ ਸੰਨਿਆਸੀ ਨਹੀਂ ਹੋ ਜਾਂਦਾ ਵੀ ਜੋਗੀ ਰੰਗ ਦੇ ਕੱਪੜੇ ਪਾ ਕੇ ਘਰ ਬਾਰ ਛੱਡ ਜਾਓ ਜੀ, ਨਹੀਂ। ਗੁਰੂ ਮਹਾਰਾਜ ਕਹਿੰਦੇ ਸੰਨਿਆਸੀ ਕੌਣ? ਸਿੱਖ ਧਰਮ 'ਚ ਸੰਨਿਆਸੀ ਕੌਣ ਹੈ? ਜਿਹਨੇ ਇੱਛਾ ਹੀ ਛੱਡਤੀ ਹੈ, ਜੋ ਇੱਛਾ ਰਹਿਤ ਹੋ ਗਿਆ ਹੈ, ਅਸਲ 'ਚ ਉਹ ਸੰਨਿਆਸੀ ਹੈ। ਸੰਸਾਰਿਕ ਕੋਈ ਇੱਛਾ ਹੀ ਨਹੀਂ ਹੋਣੀ ਚਾਹੀਦੀ। ਅਸੀਂ ਗ੍ਰਸਥੀ ਹਾਂ, ਸਾਡੀਆਂ ਰਹਿਣਗੀਆਂ, ਜਾਂ ਤਾਂ ਫਿਰ ਅਸੀਂ ਬਹੁਤ ਭਜਨ ਬੰਦਗੀ ਕਰੀਏ ਵੀ ਸਾਡੇ ਕਾਰਜ ਹੀ ਰਾਸ ਹੋ ਜਾਣ, ਕੋਈ ਇੱਛਾ ਰਹੇ ਹੀ ਨਾ। ਕੁਝ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ, ਬਾਕੀ ਜਿਹੜੀਆਂ ਨੇ ਨਾ ਸਿਮਰਨ ਜਿਹੜਾ ਹੈ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝਿਆ, ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ। ਜਦੋਂ ਤ੍ਰਿਸ਼ਨਾ ਹੀ ਨਾ ਕੋਈ ਰਹੀ ਤਾਂ ਫਿਰ ਜਨਮ ਕਾਹਦੇ ਤੋਂ ਲੈਣਾ? ਜਨਮ ਤਾਂ ਇੱਛਾ ਹੀ ਜਨਮ ਦਾ ਕਾਰਨ ਹੈ। ਇਹ ਸਾਡੇ ਪਾਪ ਪੁੰਨ ਇਹੀ ਜਨਮ ਦਾ ਕਾਰਨ ਹੈ। ਪਾਪ ਕੀਤੇ ਨੇ, ਇਹਨਾਂ ਦਾ ਫਲ ਭੋਗਣ ਲਈ ਦੁਬਾਰਾ ਜਨਮ ਲੈਣਾ ਪੈਣਾ। ਪੁੰਨ ਕੀਤਾ ਉਹਦਾ ਫਲ ਭੋਗਣ ਲਈ ਵੀ ਦੁਬਾਰਾ ਜਨਮ ਲੈਣਾ ਪੈਣਾ। ਕੋਈ ਮਰਨ ਵੇਲੇ ਇੱਛਾ ਰਹੇਗੀ ਤਾਂ ਵੀ ਦੁਬਾਰਾ ਜਨਮ ਲੈਣਾ ਪੈਣਾ ਹੈ। ਇਸ ਕਰਕੇ ਕੋਈ ਪਾਪ ਰਹਿ ਗਿਆ, ਕੋਈ ਪੁੰਨ ਰਹਿ ਗਿਆ, ਕੋਈ ਇੱਛਾ ਰਹਿ ਗਈ, ਇਸ ਲਈ ਬੰਦਾ ਫਿਰ ਵਾਰੀ ਵਾਰੀ ਜੰਮਦਾ ਮਰਦਾ ਰਹਿੰਦਾ ਹੈ। ਸੋ ਜਦੋਂ ਆਸ ਤੋਂ ਨਿਰਾਸ਼ ਹੋ ਜਾਏਗਾ, ਭਾਵ ਇੱਛਾ ਰਹਿਤ ਹੋ ਜਾਏਗਾ, ਤਾਂ ਇਹ ਸੰਨਿਆਸੀ ਹੈ। ਜਾਂ ਜਤ ਜੋਗੀ ਤਾਂ ਕਾਇਆ ਭੋਗੀ। ਕਾਇਆ ਹਿੰਦੀ ਦਾ ਸ਼ਬਦ ਹੈ, ਕਾਇਆ ਪੰਜਾਬੀ ਦਾ ਸ਼ਬਦ। ਤੁਹਾਡੀ ਮਰਜ਼ੀ, ਕਾਇਆ ਭੋਗੀ ਕਹੋ ਚਾਹੇ ਕਾਇਆ ਭੋਗੀ ਕਹੋ। ਕਾਇਆ ਭੋਗੀ ਦਾ ਮਤਲਬ ਹੈ ਗ੍ਰਸਤੀ। ਅਸਲ ਗ੍ਰਸਤੀ ਉਹ ਹੈ ਜਿਹਦਾ ਜਤ ਜੋ ਉੱਚੇ ਆਚਰਣ ਵਾਲਾ ਹੈ, ਉੱਚੀ ਆਚਰਣ ਵਾਲਾ ਹੈ, ਜੋਗੀ ਹੈ, ਅਸਲ 'ਚ ਉਹ ਗ੍ਰਸਤੀ ਹੈ। ਦਇਆ ਦਿਗੰਬਰ ਦੇਹ ਵਿਚਾਰੀ। ਜਿਹੜਾ ਇਸ ਸਰੀਰ ਦੇ ਨਾਲ ਪਰਮਾਤਮਾ ਦਾ ਨਾਮ ਜਪਦਾ ਹੈ, ਅਸਲ 'ਚ ਉਹ ਦਿਗੰਬਰ ਹੁੰਦਾ ਨਾਂਗੇ ਸਾਧੂ। ਕਈ ਸਾਧੂ ਕੱਪੜੇ ਨਹੀਂ ਪਾਉਂਦੇ, ਅਲਫ ਨੰਗੇ ਹੁੰਦੇ। ਉਹ ਫਿਰ ਨਾ ਆਬਾਦੀਆਂ 'ਚ ਨਹੀਂ ਰਹਿੰਦੇ, ਉਹ ਜੰਗਲਾਂ 'ਚ ਰਹਿੰਦੇ। ਜਦੋਂ 12 ਸਾਲਾਂ ਬਾਅਦ ਕੁੰਭ ਦਾ ਮੇਲਾ ਆਉਂਦਾ, ਕਦੇ ਹਰਿਦੁਆਰ ਫਿਰ ਜਾਇਓ ਜੀ, ਪਹਿਲੇ ਦਿਨ ਫਿਰ ਉਹ ਨਾਂਗੇ ਸਾਧੂ ਅੱਗੇ ਹੁੰਦੇ ਨੇ, ਮਗਰ ਫਿਰ ਦੂਜੇ ਸਾਧੂ ਹੁੰਦੇ ਨੇ, ਮਗਰ ਫਿਰ ਪਬਲਿਕ ਹੁੰਦੀ, ਜਿਵੇਂ ਜਲੂਸ ਨਿਕਲਦਾ। ਲੋਕ ਨਾਂਗੇ ਸਾਧੂ ਦੇ ਦਰਸ਼ਨ ਕਰਨ ਲਈ ਛੱਤਾਂ 'ਤੇ ਚੜ੍ਹਦੇ ਨੇ। ਉਹਨਾਂ ਦੇ ਨੰਗੇਜ ਵੇਖਣ ਨੇ ਵੀ ਧੰਨ ਭਾਗ 12 ਸਾਲਾਂ ਬਾਅਦ ਨੇ ਦਰਸ਼ਨ ਹੋਏ ਸਾਧੂ ਹੁੰਦੇ। ਲੋਕ ਧੰਨ ਭਾਗ ਸਮਝਦੇ ਨੇ ਵੀ 12 ਸਾਲ ਹੋ ਗਏ ਇਹਨਾਂ ਨੂੰ ਜੰਗਲਾਂ 'ਚ ਭਜਨਬੰਦੀ ਕਰਦੇ ਆ, ਅੱਜ ਇਹਨਾਂ ਦੇ ਦਰਸ਼ਨ ਸਾਨੂੰ ਹੋ ਰਹੇ ਨੇ। ਜਿਵੇਂ ਸਰਕਸ ਦੇ ਵਿੱਚ, ਖੈਰ ਰੱਖੋ, ਫਿਲਮ ਦੇ ਵਿੱਚ ਜਿਹੜਾ ਨੰਗੇਜ ਹੈ ਉਹ ਤੁਹਾਨੂੰ ਉਤੇਜਿਤ ਕਰੇਗਾ, ਪਰ ਸਰਕਸ ਵਾਲਿਆਂ ਦੇ ਕੱਪੜੇ ਬਹੁਤ ਘੱਟ ਪਾਏ ਹੁੰਦੇ ਨੇ, ਉਹਨਾਂ ਦਾ ਨੰਗੇਜ ਤੁਹਾਨੂੰ ਉਤੇਜਿਤ ਨਹੀਂ ਕਰੇਗਾ। ਫਰਕ ਹੈ, ਭਾਵਨਾ 'ਚ ਫਰਕ ਹੈ। ਸਰਕਸ ਵਾਲੀ ਬੀਬੀ ਦੀ ਭਾਵਨਾ ਹੋਰ ਹੈ, ਫਿਲਮ 'ਚ ਕੰਮ ਕਰਨ ਵਾਲੇ ਦੀ ਭਾਵਨਾ ਹੋਰ ਹੈ। ਭਾਵਨਾ ਜਿਹੜੀ ਹੈ ਸਾਡੇ 'ਤੇ ਅਸਰ ਕਰਦੀ ਹੈ। ਮੈਂ ਕਿਸੇ ਨੂੰ ਕਿਸ ਭਾਵਨਾ ਟੱਚ ਕਰ ਰਿਹਾ, ਆਪਣੀ ਧੀ ਸਮਝ ਕੇ ਕਰ ਰਿਹਾ, ਭੈਣ ਸਮਝ ਕੇ ਕਰ ਰਿਹਾ, ਕਿ ਬਿਲਵਡ ਸਮਝ ਕੇ ਕਰ ਰਿਹਾ, ਕੀ ਸਮਝ ਕੇ ਕਰ ਰਿਹਾ, ਜਿਵੇਂ ਮੈਂ ਟੱਚ ਕਰਾਂਗਾ ਉਵੇਂ ਉਸ ਨੂੰ ਫੀਲ ਹੋਊਗਾ, ਉਵੇਂ ਫੀਲ ਹੋਏਗਾ। ਮੇਰੀ ਭਾਵਨਾ ਹੱਥਾਂ ਰਾਹੀਂ ਜਾਵੇਗੀ, ਉਹਦੇ ਸਿਰ 'ਤੇ ਹੱਥ ਜਿੱਥੇ ਮੈਂ ਤੁਹਾਨੂੰ ਟੱਚ ਕਰਾਂਗਾ, ਭਾਵਨਾ ਜਾਂਦੀ ਹੈ। ਅਸੀਂ ਕਿਸ ਭਾਵਨਾ ਕਿਸੇ ਨੂੰ ਵੇਖ ਰਹੇ ਹਾਂ, ਕਿਸ ਭਾਵਨਾ ਨਾਲ ਛੋਹ ਰਹੇ ਹਾਂ, ਉਹਨੂੰ ਵੀ ਪਤਾ ਲੱਗਦਾ ਹੁੰਦਾ। ਸੋ ਉੱਥੇ ਭਾਵਨਾ ਉਹਨਾਂ ਦਾ ਨੰਗੇਜ ਵੇਖਣਾ ਨਹੀਂ ਹੁੰਦਾ। ਆਪਣੇ ਵੱਡੇ ਭਾਗ ਲੋਕ ਸਮਝਦੇ ਨੇ ਵੀ 12 ਸਾਲਾਂ ਬਾਅਦ ਸਾਧੂਆਂ ਦੇ ਦਰਸ਼ਨ ਹੋਏ ਹਨ। ਸੋ ਤਾਂ ਕਹਿੰਦੇ ਜਿਹੜਾ ਪਰਮਾਤਮਾ ਦੀ ਵਿਚਾਰ ਕਰਦੇ ਸਰੀਰ ਦੇ ਨਾਲ ਭਾਵ ਨਾਮ ਜਪਦਾ, ਅਸਲ 'ਚ ਦਿਗੰਬਰ ਉਹੀ ਹੈ। ਜਿਹਦੇ ਅੰਦਰ ਦਇਆ ਹੈ ਉਹ ਵੀ ਦਿਗੰਬਰ ਹੈ। ਦਿਗੰਬਰ ਹੁੰਦਾ ਨਾਂਗੇ ਸਾਧੂ। ਆਪ ਮਰੈ ਅਵਰਾਂ ਨਾ ਹਮਾਰੀ, ਇਹਨੂੰ ਨਹੀਂ ਪੜ੍ਹਨਾ। ਜਦੋਂ ਨੰਨਾ ਹਾਹੇ ਨੂੰ ਸਿਆਰੀ ਵੇ ਪੜ੍ਹਨਾ ਨੇ, ਉਹਨੇ ਹਿੰਦੀ ਦਾ ਸ਼ਬਦ। ਜਦੋਂ ਨੰਨਾ ਹਾ ਹੋਵੇ ਇਹ ਫਿਰ ਫਾਰਸੀ ਦਾ ਸ਼ਬਦ ਹੈ, ਇਹਨੂੰ ਪੜ੍ਹਨਾ ਨਾ। ਅਰਥ ਦੋਨਾਂ ਦਾ ਇੱਕੋ ਹੈ। ਨਹਿ ਦਾ ਅਰਥ ਵੀ ਨਾ ਹੈ ਅਤੇ ਨਾ ਦਾ ਅਰਥ ਵੀ ਨਾ ਹੀ ਹੈ। ਸਿਰਫ ਇੰਨਾ ਕਿ ਇੱਕ ਹਿੰਦੀ ਦਾ ਇੱਕ ਫਾਰਸੀ ਦਾ ਉਚਾਰਨ 'ਚ ਫਰਕ ਹੁੰਦਾ। ਜਿਵੇਂ ਪੰਜਾਬੀ ਦਾ ਭਰਾ ਕਹਿੰਦੇ ਹਾਂ, ਆਪਾਂ ਕਹਿੰਦੇ ਪੰਜਾਬੀ ਕਿ ਭਈਆ, ਹਿੰਦੀ ਵਾਲੇ ਕੀ ਕਹਿੰਦੇ ਭਈਆ। ਭਾਵੇਂ ਮੀਨਿੰਗ ਉਹੀ ਹੈ, ਉਚਾਰਨ 'ਚ ਫਰਕ ਹੈ।
ਇਸੇ ਤਰ੍ਹਾਂ ਫਾਰਸੀ 'ਚ ਨਾ, ਹਿੰਦੀ 'ਚ ਨਹੀਂ। ਪਾਕਿਸਤਾਨ ਦੇ ਵਿੱਚ ਸਾਡੇ 'ਤੇ ਹਿੰਦੀ ਦਾ ਘੱਟ ਅਸਰ ਸੀ, ਫਾਰਸੀ ਦਾ ਜ਼ਿਆਦਾ ਅਸਰ ਸੀ। ਇਸ ਲਈ ਪੰਜਾਬੀ 'ਚ ਜਿੰਨੇ ਫਾਰਸੀ ਦੇ ਸ਼ਬਦ ਨੇ ਉਹਨੇ ਹਿੰਦੀ ਦੇ ਨਹੀਂ ਹੈਗੇ। ਅੱਜ ਅਸੀਂ ਹਿੰਦੁਸਤਾਨ 'ਚ ਆ ਗਏ ਹਾਂ, ਅੱਜ ਸਾਡੇ 'ਤੇ ਫਾਰਸੀ ਦਾ ਅਸਰ ਖਤਮ ਹੋ ਗਿਆ, ਕਿਉਂਕਿ ਹੁਣ ਫਾਰਸੀ ਸਕੂਲਾਂ 'ਚ ਵੀ ਨਹੀਂ ਰਹੀ ਅਤੇ ਜਿਹੜਾ ਸਰਕਾਰੀ ਭਾਸ਼ਾ ਵੀ ਨਹੀਂ ਰਹੀ। ਸਾਡੇ 'ਤੇ ਹੁਣ ਹਿੰਦੀ ਦਾ ਜ਼ਿਆਦਾ ਅਸਰ ਹੈ। ਉਂਝ ਪੰਜਾਬੀ ਹਿੰਦੀ ਸਾਰੇ ਸੰਸਕ੍ਰਿਤ ਦੇ ਵਿੱਚੋਂ ਨਿਕਲੇ ਹੋਏ ਹਨ। ਪੰਜਾਬੀ ਸੰਸਕ੍ਰਿਤ ਦੇ ਵਿੱਚੋਂ ਨਿਕਲੀ ਹੋਈ ਹੈ, ਹਿੰਦੀ ਵੀ ਸੰਸਕ੍ਰਿਤ 'ਚੋਂ ਨਿਕਲੀ ਹੈ। ਸਭ ਤੋਂ ਪੁਰਾਤਨ ਜਿਹੜੀ ਜ਼ੁਬਾਨ ਹਿੰਦੁਸਤਾਨ ਦੀ ਸੰਸਕ੍ਰਿਤ ਸੀ। ਇਸ ਲਈ ਜਿੰਨੇ ਵੀ ਵੇਦ ਸ਼ਾਸਤਰ ਲਿਖੇ ਗਏ, ਸਿਮਰਤੀਆਂ ਸਭ ਸੰਸਕ੍ਰਿਤ ਵਿੱਚ ਹਨ। ਗੀਤਾ, ਰਮਾਇਣ ਸਭ ਪੁਰਾਣੇ ਸੰਸਕ੍ਰਿਤ 'ਚ ਲਿਖੇ ਹੋਏ ਨੇ। ਫਿਰ ਅੱਜ ਦੀ ਸਹੂਲਤ ਲਈ ਉਹਨਾਂ ਨੂੰ ਹਿੰਦੀ ਦੇ ਵਿੱਚ ਲੱਥਾ ਕਰ ਦਿੱਤਾ ਗਿਆ, ਬਹੁਤ ਸਾਰਿਆਂ ਦਾ ਪੰਜਾਬੀ 'ਚ ਵੀ ਲੱਥਾ ਕਰ ਦਿੱਤਾ ਗਿਆ। ਜਿਵੇਂ ਅਸੀਂ ਦੂਜੇ ਦੇਸ਼ਾਂ ਦੀ ਸਹੂਲਤ ਲਈ ਉਰਦੂ 'ਚ ਵੀ ਗੁਰੂ ਗ੍ਰੰਥ ਸਾਹਿਬ ਲਿਖ ਦਿੱਤਾ ਹੈ, ਇੰਗਲਿਸ਼ ਦੇ ਵਿੱਚ ਵੀ ਲਿਖ ਦਿੱਤਾ ਹੈ, ਹੋਰ ਭਾਸ਼ਾਵਾਂ 'ਚ ਜਿੱਥੇ ਵੀ ਲੋੜ ਪੈਂਦੀ ਉਹਨਾਂ ਭਾਸ਼ਾਵਾਂ 'ਚ ਟਰਾਂਸਲੇਟ ਕਰਕੇ ਫਿਰ ਭੇਜ ਦਿੰਦੇ ਨੇ, ਤਾਂ ਜੋ ਦੂਜੇ ਲੋਕ ਵੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਫਾਇਦਾ ਉਠਾ ਸਕਣ, ਕਿਉਂਕਿ ਹਰ ਇੱਕ ਪੰਜਾਬੀ ਨਹੀਂ ਪੜ੍ਹਿਆ ਹੁੰਦਾ। ਮੰਨ ਲਓ ਇੱਕ ਅਰਬੀ ਫਾਰਸੀ ਵਾਲਾ ਮੁਸਲਮਾਨ ਹੈ, ਉਹ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਚਾਹੁੰਦਾ, ਉਹਨੂੰ ਪੰਜਾਬੀ ਤਾਂ ਆਉਂਦੀ ਨਹੀਂ, ਫਿਰ ਕਿਵੇਂ ਪੜ੍ਹੇਗਾ? ਇਸ ਲਈ ਫਿਰ ਇਹਨੂੰ ਉਰਦੂ ਦੇ ਵਿੱਚ ਲੱਥਾ ਕਰ ਦਿੱਤਾ ਗਿਆ, ਤਾਂ ਜੋ ਭਾਈ ਉਰਦੂ 'ਚ ਲਿਖਿਆ ਪੜ੍ਹ ਲਓ ਤੁਸੀਂ। ਇਸ ਤਰ੍ਹਾਂ ਇੰਗਲਿਸ਼ 'ਚ ਸਭ ਤੋਂ ਪਹਿਲਾਂ ਡਾਕਟਰ ਗੋਪਾਲ ਸਿੰਘ ਦਰਦੀ, ਇਹ ਐਂਬੈਸੇਡਰ ਹੁੰਦੇ ਸਨ ਫॉर ਇੰਗਲੈਂਡ ਦੇ, ਇੰਡੀਆ ਦੇ ਸਿੱਖ ਸਰਦਾਰ ਸੀ ਗੋਪਾਲ ਸਿੰਘ ਦਰਦੀ। ਸਭ ਤੋਂ ਪਹਿਲਾਂ ਉਹਨੇ ਗੁਰੂ ਗ੍ਰੰਥ ਦੀ ਇੰਗਲਿਸ਼ 'ਚ ਟਰਾਂਸਲੇਸ਼ਨ ਕੀਤੀ 4 ਭਾਗਾਂ 'ਚ। ਇੰਗਲੈਂਡ ਵਾਲੇ ਇੰਨਾ ਪਸੰਦ ਆਇਆ, ਤੁਸੀਂ ਹੈਰਾਨ ਹੋ ਗਏ ਕਿ 500 ਉਹਨਾਂ ਨੇ ਕਾਪੀਆਂ ਜਿਹੜੀਆਂ ਨੇ ਆਪ ਖਰੀਦ ਲਈ ਉਹਨਾਂ ਤੋਂ, ਅਤੇ ਆਪਣੀ ਲਾਇਬ੍ਰੇਰੀ ਇੰਗਲੈਂਡ ਦੀ ਲਾਇਬ੍ਰੇਰੀ 'ਚ ਭੇਜੀਆਂ। ਉਹਨੇ ਪਹਿਲੀ ਵਾਰ 'ਚ ਉਹਨੇ ਇੰਗਲਿਸ਼ 'ਚ ਟਰਾਂਸਲੇਸ਼ਨ ਕੀਤੀ, ਤਾਂ ਜੋ ਦੂਜੇ ਫਾਇਦਾ ਉਠਾ ਸਕਣ। ਆ ਕਥਾ ਵਾਰਤਾ ਵੀ ਆਹੀ ਹੈ ਵੀ ਆਮ ਲੋਕ ਫਾਇਦਾ ਉਠਾ ਸਕਣ। ਗੁਰੂ ਮਹਾਰਾਜ ਕੀ ਕਹਿੰਦੇ ਨੇ ਗੁਰਦੁਆਰੇ ਦੇਖੋ, ਇੱਕ ਟਾਈਮ ਗੁਰੂ ਗ੍ਰੰਥ ਦੀ ਕਥਾ ਕਰਦੇ ਨੇ ਇਤਿਹਾਸਕ ਗੁਰਦੁਆਰਾ ਜੀ, ਇੱਕ ਟਾਈਮ ਜਿਹੜਾ ਹੈ ਸੂਰਜ ਪ੍ਰਕਾਸ਼ ਦੀ ਕਥਾ ਕਰਦੇ। ਆਮ ਤੌਰ 'ਤੇ ਗੁਰੂ ਗ੍ਰੰਥ ਦੀ ਕਥਾ ਸਵੇਰੇ ਕੀਤੀ ਜਾਂਦੀ ਹੈ, ਸੂਰਜ ਪ੍ਰਕਾਸ਼ ਦੀ ਤਕਰੀਬਨ ਜਿੰਨੇ ਵੀ ਇਤਿਹਾਸਕ ਉਹਦੇ ਸ਼ਾਮ ਨੂੰ ਕਥਾ ਕੀਤੀ ਜਾਂਦੀ ਹੈ, ਕਿ ਇੱਕ ਤਾਂ ਸਾਨੂੰ ਆਪਣੇ ਗੁਰੂਆਂ ਦੇ ਸਾਥ ਜੀਵਨ ਬਾਰੇ ਪਤਾ ਲੱਗੇ, ਦੂਸਰਾ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ ਇਹ ਤਾਂ ਸਾਨੂੰ ਪਤਾ ਲੱਗੇ। ਕਥਾ ਵਾਰਤਾ ਸੁਣੇਗਾ ਫਿਰ ਅਗਲੇ ਸਮਝ ਆਉਂਦੀ, ਆਸਾਨੀ ਹੋ ਜਾਂਦੀ ਸਮਝਣ ਦੇ ਵਿੱਚ। ਆਪ ਮਰੇ ਅਵਰਾ ਨਾ ਮਾਰੀ, ਜਿਹੜਾ ਦਿਗੰਬਰ ਅਸਲ 'ਚ ਹੁੰਦਾ ਹੈ ਨਾਂਗਾ ਸਾਧੂ, ਆਪ ਮਰੇ ਤਾਂ ਪਾਵੇ ਨਹੀਂ ਕਿ ਆਪਣੇ ਆਪ ਨੂੰ ਮਾਰਦਾ ਕੋਈ ਨਹੀਂ, ਆਪਣੇ ਅੰਦਰ ਹਉਮੈ ਖਤਮ ਕਰ ਲੈਣਾ। ਉਹ ਆਪਣੇ ਆਪ ਨੂੰ ਅੰਦਰੋਂ ਹਉਮੈ ਖਤਮ ਕਰਦਾ ਆਪਣੀ। ਅਵਰਾ ਨਾ ਮਾਰੀ ਅਤੇ ਅਹਿੰਸਾਵਾਦੀ ਹੁੰਦਾ ਹੈ, ਦੂਸਰਿਆਂ ਨੂੰ ਨਹੀਂ ਮਾਰਦਾ, ਆਪਣੇ ਆਪ ਨੂੰ ਮਾਰਦਾ, ਭਾਵ ਆਪਣੇ ਅੰਦਰੋਂ ਹਉਮੈ ਖਤਮ ਕਰ ਲੈਂਦਾ ਹੈ। ਏਕ ਤੂੰ ਹੋਰ ਵੇਸ ਬਹੁਤ ਤੇਰੇ, ਹੇ ਪ੍ਰਭੂ ਤੂੰ ਤਾਂ ਇੱਕੋ ਹੀ ਹੈ, ਤੇਰੇ ਵੇਸ ਬਹੁਤ ਨੇ। ਕਿਤੇ ਤੂੰ ਪਸ਼ੂ ਬਣਿਆ ਹੋਇਆ, ਕਿਤੇ ਤੂੰ ਜਾਨਵਰ ਬਣਿਆ ਹੋਇਆ, ਕਿਤੇ ਤੂੰ ਮਨੁੱਖ ਬਣਿਆ ਹੋਇਆ, ਕਿਤੇ ਤੂੰ ਬਨਸਪਤੀ ਬਣੇ ਹੋਏ, ਕਿਤੇ ਤੂੰ ਕੁਛ ਬਣੇ, ਕਿ ਤੂੰ ਕੁਛ ਬਣੇ, ਤੇਰੇ ਨੇ ਇੱਕ ਹੀ ਵੇਸ। ਨਾਨਕ ਜਾਣੈ ਚੋਜ ਨਾ ਤੇਰੇ, ਹੇ ਪ੍ਰਭੂ ਮੈਂ ਤੇਰੇ ਚੋਜਾਂ ਨੂੰ ਜਾਣ ਹੀ ਨਹੀਂ ਸਕਦਾ, ਤੇਰੇ ਚੋਜ ਤੇਰੇ ਕੌਤਕ ਇੰਨੇ ਨੇ ਮੈਂ ਉਹਨਾਂ ਨੂੰ ਜਾਣ ਨਹੀਂ ਸਕਦਾ। ਆਸਾ ਮਹਿਲਾ ਪਹਿਲਾ, ਏਕ ਨਾ ਭਰੀਆ ਗੁਣ ਕਰ ਤੂੰ। ਪਾਕਿਸਤਾਨ ਕਹਿੰਦੇ ਉਹ ਤੂੰ ਯਾਰ ਮੇਰੇ ਕੱਪੜੇ ਚਿੱਕੜ ਨਾ ਭਰਤੇ ਲਪੇੜਤੇ, ਤਾਂ ਕਿ ਭਰੀਏ ਹੱਥ ਪੈਰ ਤਨ ਦੇ, ਭਰੀਏ ਵੀ ਨਹੀਂ ਲਿਬੜ ਜਾਣ। ਜੇ ਹੱਥ ਪੈਰ ਸਰੀਰ ਦੇ ਲਿਬੜ ਜਾਵੇ ਭਰੀਏ, ਪਾਣੀ ਧੋਤਾ ਪੁੱਤਰ ਸੁਖੇ, ਤਾਂ ਪਾਣੀ ਧੋਣ ਨਾਲ ਜਿਹੜੀ ਮਿੱਟੀ ਹੈ ਉਹ ਲੈ ਜਾਏਗੀ, ਭਰੀਆ ਨਾ ਤਾਂ ਲਿਬੜ ਜਾਣ। ਉਹ ਤੂੰ ਤਾਂ ਮੇਰੇ ਯਾਰ ਕੱਪੜੇ ਚਿੱਕੜ ਨਾ ਭਰਤੇ ਵੀ ਲਪੇੜ ਤੇ ਚਿੱਕੜ ਨਾਲ। ਏਕ ਨਾ ਭਰੀਆ ਕਹਿੰਦੇ ਮੇਰੇ 'ਚ ਕੋਈ, ਮੈਂ ਕਿਸੇ ਇੱਕ ਔਗਣ ਨਾਲ ਲਿਬੜੀ ਹੋਈ ਨਹੀਂ ਵੀ ਗੁਣ ਕਰ ਧੋਵਾਂ, ਮੈਂ ਕਿਸੇ ਗੁਣ ਨਾਲ ਨੂੰ ਧੋ ਲਾਂ। ਇੱਕ ਅੱਧਾ ਹੋਵੇ ਤਾਂ ਹੋਵੇ
ਕਿ ਮੇਰੇ ਪਤਾ ਨਹੀਂ ਕਿੰਨੇ ਕੁ ਔਗਣ ਨਾਲ ਮੈਂ ਲਿਬੜੀ ਹੋਈ ਹਾਂ। ਲਿਬੜ ਕਿਉਂ ਗਈ ਔਗਣਾਂ ਨਾਲ? ਸਵਾਲ ਤਾਂ ਹੈ। ਮੇਰਾ ਸ਼ਹ ਜਾਗੈ, ਇਹ ਫਾਰਸੀ ਦਾ ਸ਼ਬਦ ਹੈ, ਇਹਨੂੰ ਸ਼ੌ ਨਹੀਂ ਪੜ੍ਹਨਾ। ਕਿਸੇ ਫਾਰਸੀ ਦੀ ਕਿਤਾਬ 'ਚ ਦਾ ਉਚਾਰਨ ਸ਼ੌ ਨਹੀਂ ਹੈ। ਆਮ ਪੜ੍ਹਦੇ ਸ਼ੌ ਸਾਗਰ, ਸ਼ੌ ਜਿਹੜਾ ਇਸ ਤਰ੍ਹਾਂ ਹੈ। ਮੈਂ ਸਾਰੀ ਡਿਕਸ਼ਨਰੀ ਫਰੋਲੀ ਉੱਥੇ ਇਹਦਾ ਉਚਾਰਨ ਲਿਖੇ ਸ਼ਸ਼ਾ ਹਾ ਸ਼, ਪ੍ਰਭੂ ਪਤੀ, ਸ਼ ਪਤੀ ਨੂੰ ਕਹਿੰਦੇ। ਮੇਰਾ ਸ਼ਹ ਜਾਗੈ ਹੁਣ ਨਿਸਪਰ ਸੋਮ, ਮੇਰਾ ਪਤੀ ਤੇ ਜਾਗਰ ਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੇ ਹਾਂ, ਤੇ ਫਿਰ ਮੈਨੂੰ ਪਿਆਰ ਕੀ ਕਰੇ ਹੋ? ਠੀਕ ਹੈ, ਤੁਸੀਂ ਜਾਗਦੇ ਹੋ, ਤੁਹਾਡੀ ਘਰ ਵਾਲੀ ਸੁੱਤੀ ਹੈ ਸਾਰੀ ਰਾਤ, ਤੇ ਜਾਂ ਤੁਸੀਂ ਸਾਰੀ ਰਾਤ ਸੁੱਤੇ ਹੋ, ਵਿਚਾਰੀ ਜਾਗਦੀ ਹੈ। ਨਹੀਂ ਨਾ ਗੱਲ ਬਣੇਗੀ। ਕਹਿੰਦੇ ਮੈਂ ਲਿਬੜ ਇਸ ਲਈ ਗਈ ਹਾਂ ਔਗਣਾਂ ਨਾਲ। ਜੇ ਤਾਂ ਪਤੀ ਜਾਗਦਾ, ਮੈਂ ਵੀ ਜਾਗਦੀ ਰਹਿੰਦੀ, ਮੈਨੂੰ ਪਿਆਰ ਕਰਦਾ, ਕੋਈ ਗੱਲ ਬਣਦੀ ਹੈ। ਮੇਰਾ ਸ਼ਹ ਜਾਗੈ ਹੁਣ ਨਿਸਪਰ ਸੋ, ਜੇ ਸੱਸੇ ਨੂੰ ਕੰਨਾ ਲਾਉਂਦਾ ਲੱਗਾ ਤਾਂ ਫਿਰ ਮੇਰਾ ਸ਼ਾਹ ਜਾਗੈ। ਸ਼ਾਹ ਮੈਨੇ ਪ੍ਰਭੂ ਪਤੀ ਹੁੰਦਾ, ਸ਼ਾਹ ਮੈਨੇ ਸ਼ਾਹੂਕਾਰ ਵੀ ਹੁੰਦਾ। ਜੇ ਸੱਸੇ ਨੂੰ ਕੰਨਾ ਲਾਦੇ ਫਿਰ ਆਪਾਂ ਇਹਨੂੰ ਸਾਹੋ ਨਹੀਂ ਸੀ ਪੜ੍ਹਨਾ। ਫਾਰਸੀ ਦਾ ਸ਼ਬਦ ਹੈ ਸ਼ਾਹ, ਸ਼ਹ, ਇਹ ਵੀ ਫਾਰਸੀ ਦਾ ਸ਼ਬਦ ਹੈ। ਮੇਰਾ ਸ਼ਹ ਜਾਗੈ ਹੁਣ ਨਿਸਪਰ ਸੋ, ਨਿਸ ਹਿੰਦੀ ਦਾ ਸ਼ਬਦ ਹੈ ਨਿਸ਼ੀ, ਸਪੈਲਿੰਗ ਉਹੀ ਰੱਖੇ ਗੁਰੂ ਮਹਾਰਾਜ ਨੇ। ਨਿਸ਼ੀ ਰਾਤ ਨੂੰ ਕਹਿੰਦੇ। ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ, ਮੇਰਾ ਪ੍ਰਭੂ ਪਤੀ ਜਾਗਦਾ ਹੈ। ਇਉਂ ਕਿਉਂ ਕੰਤ ਪਿਆਰੀ ਹਵਾਂ, ਮੈਂ ਇਸ ਤਰ੍ਹਾਂ ਆਪਣੇ ਪਤੀ ਨੂੰ ਕਿਵੇਂ ਪਿਆਰੀ ਲੱਗ ਸਕਦੀ ਹਾਂ? ਕਈ ਬੀਬੀ ਆ ਜਾਣਗੇ ਮੇਰੇ ਕੋਲ, ਕਈ ਭਾਈ ਵੀ ਆ ਜਾਂਦੇ ਨੇ, ਮੈਂ ਹੱਸਦਾ ਨਹੀਂ। ਮੈਂ ਬੀਬੀ ਨੂੰ ਖੁਸ਼ ਕਰਨਾ ਕੀ ਔਖਾ ਹੈ? ਉਹ ਕਹਿੰਦੀ ਬਹਿ ਜਾਓ ਜੀ, ਬਹਿ ਜਾਓ, ਖੜੇ ਹੋ ਜਾਓ ਜੀ, ਖੜੇ ਹੋ ਜਾਓ, ਗੱਲ ਖਤਮ ਹੋ ਗਈ। ਭਾਈ ਕਹਿੰਦਾ ਬੀਬੀ ਬਹਿ ਜਾ, ਕਹਿੰਦੀ ਮੈਂ ਨਹੀਂ ਬਹਿਦੀ। ਤੇ ਬੀਬੀ ਕਹਿੰਦੀ ਬੈਠੋ ਜੀ, ਉਹ ਕਹਿੰਦਾ ਮੈਂ ਨਹੀਂ ਬਹਿੰਦਾ। ਉਹ ਕਹਿੰਦੀ ਖੜੇ ਹੋ ਜਾਓ ਜੀ, ਮੈਂ ਨਹੀਂ ਖੜਾ ਹੁੰਦਾ। ਤੇ ਤੂੰ ਮੈਂ ਡੰਡਾ ਸੁੱਟੀ ਘਰ ਚੋਰ ਹੋ ਗਈ। ਗੱਲ ਜਿੰਨੇ ਕੁਆਰੇ ਬੈਠੇ ਨੇ ਵਿਆਹੇ ਨੇ, ਅੱਜ ਤੋਂ ਬਾਅਦ ਬੀਬੀ ਜੋ ਕਹੇ ਸੱਤ ਬਚਣੀ। ਬਸ ਆਨੰਦ ਹੀ ਆਨੰਦ ਹੈ ਘਰ 'ਚ। ਕਾਹਦਾ ਰੌਲਾ? ਚਾਹੇ ਬੀਬੀ ਮੰਨ ਲੈ ਤੇ ਚਾਹੇ ਭਾਈ ਮੰਨ ਲੈ, ਇੱਕ ਨੂੰ ਤਾਂ ਮੰਨਣੀ ਪੈਣਾ। ਨਹੀਂ ਚਾਹੇ ਤੂੰ ਵੀ ਰਾਣੀ ਮੈਂ ਵੀ ਰਾਣੀ, ਕੌਣ ਭਰੇਗਾ ਪਾਣੀ? ਆਈ ਸਟਾਊਟ ਦਾਊ ਸਟਾਊਟ, ਹੂ ਵਿਲ ਕੈਰੀ ਦਾ ਡਰਟ ਆਊਟ। ਪੋਚਾ ਕੌਣ ਫੇਰੇਗਾ? ਇੱਕ ਨੂੰ ਤਾਂ ਨੀਵਾਂ ਹੋਣਾ ਹੀ ਪੈਣਾ। ਸਭ ਤੋਂ ਸੌਖਾ ਇਹ ਕੰਮ। ਇੱਕ ਸੂਟ ਮੈਨੂੰ ਲੈ, ਚਲੋ ਜੀ ਬਾਜ਼ਾਰ ਚਲੋ। ਬੀਬੀਆਂ ਨੂੰ ਖੁਸ਼ ਕਰਨਾ ਕੀ ਔਖਾ? ਹਰ ਮਹੀਨੇ ਇੱਕ ਸੂਟ ਲੈ ਦਿਓ, ਬੱਲੇ ਬੱਲੇ ਤੁਹਾਡੀ। ਹਾਂ, ਦਸਾਂ ਨੂੰ ਦੱਸੇ ਮੇਰੇ ਘਰ ਵਾਲੇ ਹਰ ਮਹੀਨੇ ਮੈਨੂੰ ਸੂਟ ਲੈ ਕੇ ਦਿੰਦਾ। ਇਹਨਾਂ ਦੀ ਕੋਈ ਵੀਕਨੈਸ। ਗਹਿਣੇ ਤਾਂ ਲੈ ਤੇ ਵਿਆਹ ਵੇਲੇ ਲੈ ਤੇ, ਚੋ ਕਦੇ ਕਦੇ ਜਨਮ ਦਿਨ 'ਤੇ ਕੋਈ ਛੋਟਾ ਮੋਟਾ ਛੱਲਾ ਛੁੱਲਾ ਲੈ ਤਾ ਯਾਦਗਾਰੀ ਲਈ, ਚੰਗਾ ਹੁੰਦਾ। ਜਨਮ ਦਿਨ 'ਤੇ ਉਹਨੂੰ ਖੁਸ਼ੀ ਹੁੰਦੀ ਦੂਜੇ ਸਾਥੀ ਨੂੰ ਵੀ, ਹਾਂ ਮੇਰੇ ਸਾਥੀ ਨੇ ਮੈਨੂੰ ਜਨਮ ਦਿਨ 'ਤੇ ਕੁਛ ਲੈ ਕੇ ਦਿੱਤਾ। ਸੂਟ ਲੈ ਦਿਓ, ਕੋਈ ਹੋਰ ਜਿਹੜੀ ਚੀਜ਼ ਹੈ ਕੁਛ ਨਾ ਕੁਛ ਲੈ ਦਿਆ ਕਰੋ। ਬਸ ਫਿਰ ਘਰ 'ਚ ਸ਼ਾਂਤੀ ਰਹੇਗੀ। ਸ਼ਾਂਤੀ ਵਰਗੀ ਹੋਰ ਕੋਈ ਚੀਜ਼ ਨਹੀਂ ਹੁੰਦੀ। ਜਿੱਥੇ ਸ਼ਾਂਤੀ ਉੱਥੇ ਰੱਬ ਹੈ। ਨਹੀਂ ਜਿੱਥੇ ਕਲਾ ਕਲੇਸ਼ ਦੇ ਕਹਿੰਦੇ ਉੱਥੇ ਰੱਬ ਵੀ ਨਹੀਂ ਵਸਦਾ ਹੈਗਾ। ਅਤੇ ਆਪਾਂ ਆਖਾ ਇੱਕ ਦੂਜੇ ਦਾ ਮੰਨਾਂਗੇ ਤਾਂ ਹੀ ਗੱਲ ਬਣੇਗੀ। ਬਾਣੀ ਸਾਰੀ ਇਹੀ ਕਹਿੰਦੇ ਬਈ ਆਖੇ ਲੱਗੋ, ਅਤੇ ਫਿਰ ਘਰ ਤੋਂ ਸ਼ੁਰੂ ਕਰ ਲਓ। ਇੰਗਲਿਸ਼ ਦੀ ਕਹਾਵਤ ਸਿਟੀਜ਼ਨਸ਼ਿਪ ਬਿਗਿਨਸ ਐਟ ਹੋਮ। ਨਾਗਰਿਕਤਾ ਘਰ ਤੋਂ ਸ਼ੁਰੂ ਹੁੰਦੀ ਹੈ, ਪ੍ਰਚਾਰ ਘਰ ਤੋਂ ਸ਼ੁਰੂ ਹੁੰਦਾ। ਪਹਿਲਾਂ ਘਰ 'ਚ ਲਾਗੂ ਕਰਕੇ ਵੇਖੋ, ਇੱਕ ਹਫ਼ਤਾ ਤੁਸੀਂ ਕਰਕੇ ਵੇਖੋ ਔਖੇ ਸੌਖੇ, ਕਿਆ ਬਾਤ ਹੈ, ਘਰ 'ਚ ਬਿਲਕੁਲ ਸ਼ਾਂਤੀ ਹੋ ਜਾਏਗੀ। ਬੀਬੀ ਮੇਰੇ ਕੋਲ ਆ ਜਾਣੀ, ਇਹ ਹੈ ਮੈਂ ਤੁਸੀਂ ਟੋਕ ਟਕਾਈ ਕਰਦੀ ਹਾਂ। ਟੋਕ ਟਕਾਈ ਬੰਦ ਕਰ ਦਿਓ, ਘਰ 'ਚ ਸ਼ਾਂਤੀ ਹੈ। ਤੁਸੀਂ ਟੋਕ ਟਕਾਈ ਕਰਦੇ ਹੋ, ਇਸ ਲਈ ਗੱਲ ਬਣਦੀ ਨਹੀਂ ਕੋਈ। ਮੈਂ ਤੁਸੀਂ ਟੋਕੋ ਨਾ, ਮੇਰੇ ਤੋਂ ਪਾਠ ਲੈ ਜਾਓ, ਗੁਰੂ ਨਾਨਕ ਦੇਵ ਨੂੰ ਕਹੋ, ਆਪੇ ਕਰ ਦੇਣੇ ਠੀਕ। ਤੁਸੀਂ ਕਾਹਨੂੰ ਕਲਪੀ ਜਾਂਦੇ ਹੋ?
ਅੱਜ ਤੱਕ ਟੋਕ ਟਕਾਈ ਕਰਕੇ ਕੋਈ ਠੀਕ ਨਹੀਂ ਹੋਇਆ। ਮੈਂ ਤਾਂ ਕਿਸੇ ਨੂੰ 80 ਸਾਲਾਂ 'ਚ ਨਹੀਂ ਵੇਖਿਆ ਵੀ ਫਲਾਣੇ ਨੂੰ ਟੋਕਿਆ ਤੇ ਉਹ ਠੀਕ ਹੋ ਗਿਆ। ਨਹੀਂ, ਪਿਆਰ ਨਾਲ ਹੀ ਹੋਊਗਾ। ਜਾਂ ਗੁਰੂ ਮਹਾਰਾਜ ਕੋ ਸੱਚੇ ਪਾਤਸ਼ਾਹ ਮੇਰੇ ਵੱਸ ਦਾ ਤਾਂ ਹੈ ਨਹੀਂ, ਇਹ ਨਸ਼ੇ ਕਰਨ ਲੱਗ ਗਿਆ, ਤੁਸੀਂ ਕਿਰਪਾ ਕਰੋ, ਅਸੀਂ ਪਾੜ ਦੇ ਦਾਂਗੇ, ਤੁਸੀਂ ਪਾੜ ਕਰੋ, ਉਹਨੂੰ ਜਲ ਪਿਲਾਇਓ, ਕਿਰਪਾ ਜੇ ਨਸ਼ੇ ਛੱਡ ਜਾਏਗਾ। ਸ਼ਰਾਬ ਛਡਾਉਣੀ ਕੀ ਔਖੀ ਹੈ, ਤਾਂ ਛੇਤੀ ਛੱਡ ਜਾਂਦਾ। ਹੌਂਸਲਾ ਨਹੀਂ ਛੱਡਣਾ, ਹੱਲ ਸਾਡੇ ਕੋਲ ਹੈਗਾ। ਕੋਈ ਗੱਲ ਨਹੀਂ, ਥੋੜ੍ਹਾ ਜਿਹਾ ਹੌਂਸਲਾ ਰੱਖਣਾ, ਥੋੜ੍ਹੀ ਸ਼ਾਂਤੀ ਰੱਖਣੀ, ਆਪਣੇ ਘਰ ਨੂੰ ਆਪ ਹੀ ਨਰਕ ਨਹੀਂ ਬਣਾ ਲੈਣਾ। ਇਹ ਨਾ ਆਵੇ, ਮੈਂ ਸੋ ਕਈ ਵਾਰੀ ਕਹਿਣਾ ਉਹਨੂੰ ਵੀ ਇਹ ਭਜਨ ਬੰਦਗੀ ਕਰਨ ਵਾਲੇ ਬੰਦੇ ਜਾਂ ਜਿਹਨਾਂ ਨੇ ਗੁੱਸੈਲ ਹੁੰਦੇ ਨੇ, ਪਤਾ ਨਹੀਂ ਕੀ ਕਾਰਨ, ਗੁੱਸਾ ਬੜੀ ਛੇਤੀ ਚੜ੍ਹਦਾ ਹੈ। ਹਾਲਾਂਕਿ ਗੁੱਸਾ ਖਤਮ ਹੋਣਾ ਚਾਹੀਦਾ। ਇਹ ਗੁੱਸੈਲ ਹੁੰਦੇ ਨੇ। ਕਿਉਂ ਕੰਤ ਪਿਆਰੀ ਹੋਵਾਂ, ਕਹਿੰਦੇ ਪਤੀ ਜਾਗਦਾ ਮੈਂ ਸੁੱਤੀ ਰਹਿੰਦੀ, ਇਸ ਤਰ੍ਹਾਂ ਪਤੀ ਮੈਨੂੰ ਕਿਵੇਂ ਪਿਆਰ ਕਰੇਗਾ। ਸ਼ਹ ਜਾਗੈ ਹੋਂ ਨਿਸ ਪਰਸੋਂ, ਨਿਸ ਰਾਤ ਨੂੰ ਕਹਿੰਦੇ ਨਿਸ਼ੀ, ਮੇਰਾ ਪਤੀ ਜਾਗਦਾ ਹੈ, ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ। ਆਸ ਪਿਆਸੀ ਸੇਜੈ ਆਵਾਂ, ਕਹਿੰਦੇ ਮੈਨੂੰ ਤਾਂ ਮਾਇਆ ਦੀ ਆਸ ਬੜੀ ਹੈ, ਮੈਨੂੰ ਤਾਂ ਮਾਇਆ ਦੀ ਪਿਆਸ ਬੜੀ ਹੈ, ਮੈਂ ਪਤੀ ਦੀ ਸੇਜ 'ਤੇ ਆ ਰਹੀ ਹਾਂ। ਆਗੇ ਸ਼ਹ ਭਾਵਾਂ ਕਿ ਨਾ ਭਾਵਾਂ, ਅੱਗੇ ਪਤਾ ਨਹੀਂ ਮੈਂ ਪਤੀ ਨੂੰ ਚੰਗੀ ਲੱਗਾਂਗੀ ਕਿ ਨਾ ਲੱਗਾਂਗੀ। ਜਦੋਂ ਤਮੰਨਾ ਤਾਂ ਸਾਰੀ ਮਾਇਆ ਵੱਲ ਹੈ, ਅਤੇ ਫਿਰ ਪਰਮਾਤਮਾ ਨੂੰ ਅਸੀਂ ਕਿਵੇਂ ਚੰਗੇ ਲੱਗਾਂਗੇ। ਅੱਗੇ ਸ਼ਹ ਭਾਵਾਂ ਕਿ ਨਾ ਭਾਵਾਂ, ਪਤਾ ਨਹੀਂ ਅੱਗੇ ਮੈਂ ਪ੍ਰਭੂ ਪਤੀ ਨੂੰ ਚੰਗੀ ਲੱਗਾਂਗੀ ਕਿ ਨਹੀਂ ਲੱਗਾਂਗੀ। ਕਿਆ ਜਾਨਾ ਕਿਆ ਹੋਏਗਾ ਰੀ ਮਾਈ, ਹੇ ਮਾਤਾ ਮੈਨੂੰ ਨਹੀਂ ਪਤਾ ਮੇਰੇ ਨਾਲ ਕੀ ਹੋਏਗਾ। ਹਰ ਦਰਸ਼ਨ ਬਿਨ ਰਹਿਣ ਨਾ ਜਾਈ, ਮੈਂ ਹਰੀ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦੀ। ਰਹਾਓ ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬਜਾਨੀ, ਤਿਸ ਪਿਆਸ ਨੂੰ ਕਹਿੰਦੇ, ਮੈਂ ਰੱਬੀ ਪਿਆਰ ਨੂੰ ਚਖ ਕੇ ਹੀ ਨਹੀਂ ਵੇਖਿਆ, ਇਸ ਲਈ ਮੇਰੀ ਮਾਇਆ ਦੀ ਜਿਹੜੀ ਤਿਸ ਪਿਆਸ ਹੈ ਉਹ ਬੁਝਦੀ ਨਹੀਂ ਹੈਗੀ। ਕਿਉਂ ਇੱਕ ਪਾਸੇ ਚੱਖ ਕੇ ਦੇਖਿਆ ਕਿ ਤਾਂ ਫਿਰ ਉਹ ਪਾਸਾ ਚੰਗਾ ਲੱਗੇਗਾ, ਫਿਰ ਦੂਜਾ ਪਾਸਾ ਬੰਦਾ ਛੱਡ ਦੇਗਾ। ਗਿਆ ਸੋ ਜੋਬਨ ਧਨ ਪਛਤਾਨੀ, ਜਵਾਨੀ ਚਲੀ ਗਈ, ਹੁਣ ਮੇਰੀ ਜਿੰਦ ਜਿਹੜੀ ਉਹ ਪਛਤਾਰੇ ਵੀ। ਉਹ ਜਿਹੜਾ ਨਾਮ ਜਪਣ ਦਾ ਵੇਲਾ ਸੀ ਉਹ ਤਾਂ ਜਪੇ ਹੀ ਨਾ, ਉਹ ਤਾਂ ਸੁੱਤਿਆਂ ਹੀ ਲੰਘਾਤਾ ਹੈ, ਉਹ ਤਾਂ ਮਾਇਆ ਇਕੱਠੀ ਕਰਨ 'ਚ ਹੀ ਲੰਘਾ ਦਿੱਤਾ ਹੈ। ਪ੍ਰਭੂ ਪਤੀ ਤੇ ਨੇ ਤਾਂ ਪਿਆਰ ਹੀ ਨਹੀਂ ਕੀਤਾ ਹੈ, ਹੁਣ ਪਛਤਾਉਂਦੀ ਹੈ। ਅਜੇ ਸੋ ਜਾਗੋਂ ਆਸ ਪਿਆਸੀ, ਕਹਿੰਦੇ ਅਜੇ ਵੀ ਮੈਂ ਜਿਹੜੀ ਹੈ ਮਾਇਆ ਦੀ ਪਿਆਸ ਜਾਗ ਰਹੀ ਹਾਂ, ਅਜੇ ਵੀ ਨਹੀਂ ਛੱਡਦੀ ਇਹ। ਭਈਲੇ ਉਦਾਸੀ ਰਹੂੰ ਨਿਰਾਸੀ, ਮੈਂ ਉਦਾਸ ਹਾਂ ਕਿਉਂਕਿ ਪ੍ਰਭੂ ਪਤੀ ਮਿਲ ਨਹੀਂ ਰਿਹਾ, ਮੈਂ ਨਿਰਾਸ਼ ਹਾਂ। ਹਉਮੈ ਖੋਏ ਕਰੇ ਸ਼ਿੰਗਾਰ, ਜਿਉ ਹੰਕਾਰ ਨੂੰ ਛੱਡ ਦੇਵੇ ਅਤੇ ਨਾਮ ਦਾ ਸ਼ਿੰਗਾਰ ਕਰੇ। ਤੋ ਕਾਮਨ ਸੇਜੈ ਰਵੈ ਪਤਾ, ਰਵੈ ਹੁੰਦਾ ਪਿਆਰ ਕਰਨਾ, ਫਿਰ ਜੀਵ ਇਸਤਰੀ ਨੂੰ ਪਰਮਾਤਮਾ ਪ੍ਰਭੂ ਪਤੀ ਜਿਹੜਾ ਪਿਆਰ ਕਰੇਗਾ। ਹਉਮੈ ਛੱਡੇ, ਨਾਮ ਦਾ ਕਰੇ ਸ਼ਿੰਗਾਰ, ਕਿਉਂਕਿ ਪਰਮਾਤਮਾ ਨੂੰ ਆਹ ਹਾਰ ਸ਼ਿੰਗਾਰ ਨਹੀਂ ਚਾਹੀਦਾ ਜਿਹੜਾ ਸੰਸਾਰਕ ਪਤੀ ਨੂੰ ਚਾਹੀਦਾ। ਉਹਨੂੰ ਸੁਰਖੀਆਂ ਬਿੰਦੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਉਹਨੂੰ ਇਹਨਾਂ ਗੱਲਾਂ ਨਾਲ ਕੋਈ ਲੈਣਾ ਦੇਣਾ। ਪਰਮਾਤਮਾ ਦਾ ਨਾਮ ਹੀ ਸਾਡਾ ਸ਼ਿੰਗਾਰ ਹੈ। ਹੰਕਾਰ ਛੱਡੇ, ਪਰਮਾਤਮਾ ਦੇ ਨਾਮ ਦਾ ਸ਼ਿੰਗਾਰ ਕਰੇ। ਤੋ ਕਾਮਨ, ਕਾਮਨ ਔਰਤ ਨੂੰ ਕਹਿੰਦੇ ਸੇਜੈ ਰਵੈ ਪਤਾ, ਰਵੈ ਹੁੰਦਾ ਪਿਆਰ ਕਰਨਾ, ਪਤਾਰ ਬਣੇ ਪਤੀ, ਫਿਰ ਇਸ ਜੀਵ ਇਸਤਰੀ ਨੂੰ ਪ੍ਰਭੂ ਪਤੀ ਪਿਆਰ ਕਰਦਾ ਹੈ। ਤੋ ਨਾਨਕ ਕੰਤੈ ਮਨ ਭਾਵੈ, ਛੋੜ ਵਡਾਈ ਆਪਣੇ ਖਸਮ ਸਮਾਵੇ। ਜਦੋਂ ਉਹ ਵਡਿਆਈ ਛੱਡ ਦਿੰਦੀ ਹੈ, ਆਪਣੀ ਵਡਿਆਈ ਛੱਡ ਦਿੰਦੀ ਹੈ, ਆਪਣੇ ਦਿਨ ਹਉਮੈ ਛੱਡ ਦਿੰਦੀ ਹੈ, ਫਿਰ ਉਹ ਕੰਤ ਨੂੰ ਚੰਗੀ ਲੱਗਦੀ ਹੈ। ਆਪਣੇ ਖਸਮ ਸਮਾਵੇ ਅਤੇ ਫਿਰ ਆਪਣੇ ਪਤੀ ਦੇ ਵਿੱਚ ਹੀ, ਪ੍ਰਭੂ ਪਤੀ ਦੇ ਵਿੱਚ ਹੀ ਲੀਨ ਹੋ ਜਾਂਦੀ ਹੈ। ਸੋ ਹਉਮੈ ਛੱਡ ਕੇ ਕਿ ਜੋ ਕੁਛ ਕਰ ਰਿਹਾ ਪਰਮਾਤਮਾ ਕਰ ਰਿਹਾ, ਜੋ ਕੁਛ ਵੀ ਮੇਰੇ ਕੋਲ ਹੈ ਉਹ ਪਰਮਾਤਮਾ ਦੇ ਦਿੱਤਾ ਹੋਇਆ, ਜੋ ਵੀ ਮੇਰੀ ਯੋਗਤਾ ਹੈ ਪਰਮਾਤਮਾ ਦੀ ਦਿੱਤੀ ਹੋਈ ਹੈ, ਜੋ ਵੀ ਮੈਨੂੰ ਨੌਕਰੀ ਮਿਲੀ ਹੈ ਪਰਮਾਤਮਾ ਨੇ ਦਿੱਤੀ ਹੈ, ਜੋ ਵੀ ਮੇਰੇ ਕੋਲ ਮਾਇਆ ਸਭ ਪਰਮਾਤਮਾ ਦੀ ਦਿੱਤੀ ਹੋਈ ਹੈ। ਆ ਜਿਹੜੇ ਧੀ ਪੁੱਤ ਦਿੱਤੇ ਨੇ ਪਰਮਾਤਮਾ ਦੇ ਦਿੱਤੇ ਹੋਏ ਹਨ, ਉਹਦੇ ਸਮਝਣਾ। ਹਉਮੈ ਛੱਡ ਕੇ
ਨਾਮ ਦਾ ਸ਼ਿੰਗਾਰ ਕਰਨਾ ਹੈ। ਕਹਿੰਦੇ ਫਿਰ ਇੱਕ ਦਿਨ ਪਰਮਾਤਮਾ ਪਿਆਰ ਸਾਨੂੰ ਕਰੇਗਾ ਅਤੇ ਇੱਕ ਦਿਨ ਅਸੀਂ ਉਹਦੇ ਵਿੱਚ ਹੀ ਲੀਨ ਹੋ ਜਾਵਾਂਗੇ। ਸਤਿਕਾਰਯੋਗ ਸਾਧ ਸੰਗਤ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ